ਦੋਹਰਾ ਸੁਧ ਪਸਰੀ ਪੁਰ ਗ੍ਰਾਮ ਮੈਂ ਗੁਰੂ ਆਨੰਦਪੁਰ ਆਏ। ਸ਼ਤੁਰਨ ਕੀ ਚਿੰਤਾ ਬਦੀ ਸਿੱਖਨ ਸੁਨ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੇ ਇਕੱਤਰ ਹੋਏ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਰਸ ਕੇ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਦਰਸ਼ ਪਰਸ਼ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁਨ ਰੂਪ ਧਾਰਤੇ। ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਦੇ ਹੋ ਤੌਲੋ ਹੀ ਇਹ ਧੀਰਜ ਪਮਾਨ ਕੇ ਬਸੇਰੋ ਕੀਨ ਜੌਲੋ ਮ੍ਰਿਗ ਨੈਣੀ ਨਾ ਕਟਾਛ ਬਾਨ ਮਾਰਿਓ ਹੈ। ਤੌਲੋ ਤਮ ਤੋਮ ਕਨੇਰੋ ਨੀਚ ਜਗ ਵੇਖੈ ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ। ਤੌਲੋ ਦੀਨ ਦਾਰਦ ਸੋ ਦੀਨਤਾ ਦਿਖਾਈ ਦੇਤ ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ। ਤੌਲੋ ਹੀਏ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਜੀ ਸ੍ਰੀ ਅਨੰਦਪੁਰ ਸਾਹਿਬ ਆਏ ਨੇ, ਆਪਣੀਆਂ ਸੰਗਤਾਂ ਨੂੰ ਸਿੱਖਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਹਨ। ਬੇਅੰਤ ਨਗਰ ਨਿਵਾਸੀ ਬਾਹਰੋਂ ਆਈਆਂ ਹੋਈਆਂ ਬੇਅੰਤ ਸੰਗਤਾਂ ਜਥਾ ਸ਼ਕਤ ਭੇਟਾਵਾਂ ਲੈ ਕੇ ਗੁਰੂ ਚਰਨਾਂ 'ਚ ਹਾਜ਼ਰ ਹੋਏ ਨੇ। ਭੇਟਾਵਾਂ ਗੁਰੂ ਚਰਨਾਂ 'ਚ ਅਰਪਣ ਕਰਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਕੇ ਗੁਰਸਿੱਖਾਂ ਨੇ ਆਪਣੀਆਂ ਕਾਮਨਾਵਾਂ ਭਾਵਨਾਵਾਂ ਪੂਰਨ ਕੀਤੀਆਂ ਨੇ। ਆਨੰਦਪੁਰ ਸਾਹਿਬ ਦੀਆਂ ਰੌਣਕਾਂ, ਆਨੰਦਪੁਰ ਸਾਹਿਬ ਵਿੱਚ ਗੁਰਦੇਵ ਦਾ ਆਉਣਾ, ਉੱਥੇ ਦਾ ਖੇੜਾ, ਉਹ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਥਨ ਕਰ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਸੁਆਮੀ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਦਾ ਆਸਰਾ ਹਿਰਦੇ 'ਚ ਧਾਰਨ ਕਰੀਏ, ਕਿਉਂਕਿ ਸਾਨੂੰ ਕਲਗੀਧਰ ਪਾਤਸ਼ਾਹ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ। ਇਸ ਕਥਾ ਨੂੰ ਲਿਖਣ ਵਾਲੇ ਗੁਰਮੁਖ ਪਿਆਰੇ ਭਾਈ ਸੰਤੋਖ ਸਿੰਘ ਸਾਹਿਬ ਵੀ ਲਿਖਦੇ ਨੇ, ਅਭਿਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀਓ ਮਨ ਮਾਹੀ। ਹੇ ਕਲਗੀਧਰ ਜੀਓ, ਜਦੋਂ ਦੇ ਆਪ ਜੀ ਮੇਰੇ ਮਨ 'ਚ ਵਸੇ ਹੋ, ਉਦੋਂ ਤੋਂ ਮੈਂ ਆਪਣੇ ਮਨ 'ਚ ਕਿਸੇ ਹੋਰ ਦੀ ਆਸ ਨਹੀਂ ਰੱਖੀ। ਕਿਸੇ ਹੋਰ ਦੀ ਆਸ ਵੱਲੋਂ ਮੈਂ ਬਿਲਕੁਲ ਨਿਰਾਸ਼ ਹੋ ਗਿਆ ਹਾਂ। ਕੇਵਲ ਆਪ ਜੀ ਦੇ ਚਰਨਾਂ ਦੀ ਆਸ, ਆਪ ਜੀ ਦੇ ਚਰਨਾਂ ਦਾ ਆਸਰਾ ਮੇਰੇ ਹਿਰਦੇ ਵਿੱਚ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਨੇ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿਤ ਨਾ ਆਵਹੀ।
ਆਓ ਕਲਗੀਆਂ ਵਾਲੇ ਪਾਤਸ਼ਾਹ ਦਾ ਆਸਰਾ ਤੱਕਦਿਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਧ ਪਸਰੀ ਪੁਰ ਗ੍ਰਾਮ ਮੈਂ ਗੁਰੂ ਆਨੰਦਪੁਰ ਆਏ। ਕਲਗੀਧਰ ਪਾਤਸ਼ਾਹ ਜੀ ਦੇ ਆਮਦ ਦੀ ਕਿ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਆ ਗਏ ਨੇ ਪੌਂਟਾ ਸਾਹਿਬ ਤੋਂ, ਇਹ ਸੁਧ ਇਹ ਖਬਰ ਨੇੜੇ ਤੇੜੇ ਬਹੁਤ ਸਾਰਿਆਂ ਪਿੰਡਾਂ ਵਿੱਚ ਨਗਰਾਂ ਵਿੱਚ ਫੈਲੀ ਹੈ। ਸ਼ਤੁਰਨ ਕੀ ਚਿੰਤਾ ਬਦੀ ਸਿੱਖਨ ਸੁਨ ਸੁਖ ਪਾਏ। ਜਿਹੜੇ ਗੁਰੂ ਘਰ ਦੇ ਦਵੈਸ਼ੀ ਨੇ, ਸ਼ਤਰੂ ਨੇ, ਉਹਨਾਂ ਦੇ ਮਨ 'ਚ ਚਿੰਤਾ ਹੋ ਰਹੀ ਹੈ। ਕਿਉਂ ਆ ਗਏ ਨੇ? ਵਿਰੋਧੀ ਬੜੇ ਨੇ, ਸ਼ਤਰੂ ਵੀ ਨੇ। ਜਿਹੜੇ ਰਾਜੇ ਭੀਮ ਚੰਦ ਦੇ ਹਿਤੈਸ਼ੀ ਨੇ, ਖੁਦ ਰਾਜਾ ਭੀਮ ਚੰਦ ਵੀ ਦੁਖੀ ਹੈ। ਪਰ ਜਿਹੜੇ ਸਤਿਗੁਰਾਂ ਦੇ ਸਿੱਖ ਨੇ, ਸੇਵਕ ਨੇ, ਉਹਨਾਂ ਦੇ ਅੰਦਰ ਖੁਸ਼ੀ ਹੈ, ਉਹਨਾਂ ਅੰਦਰ ਚਾਅ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਆਏ ਹਨ। ਸਵਈਆ ਆਨ ਬਸੇ ਕਹਿਲੂਰ ਸੁਦੇਸ਼। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿਲੂਰ ਰਿਆਸਤ ਵਿੱਚ ਸਤਿਗੁਰਾਂ ਦੇ ਪਾਵਨ ਨਗਰ ਸ੍ਰੀ ਆਨੰਦਪੁਰ ਸਾਹਿਬ ਚ ਆਣ ਵਸੇ ਹਨ। ਅਸ਼ੇਸ਼ ਜਹਾਂ ਸੁਖ ਰੂਰ ਵਿਸਾਲਾ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਇਹ ਸਾਰੇ ਇਹ ਨਗਰ ਆਪਣਾ ਹੈ ਔਰ ਆਪਣਾ ਹੱਕ ਮੂਜਬ ਇਲਾਕਾ ਹੈ ਸਤਿਗੁਰੂ ਕਲਗੀਧਰ ਜੀ ਦਾ। ਸਤਦਰਵ ਕੀ ਸਰਤਾ ਬਰਕੂਲ। ਸਤਲੁਜ ਦਰਿਆ ਦਾ ਬੜਾ ਪਿਆਰਾ ਰਮਣੀਕ ਕਿਨਾਰਾ ਹੈ ਜਿੱਥੇ ਗੁਰਦੇਵ ਦੀ ਇਹ ਪਵਿੱਤਰ ਨਗਰੀ ਹੈ। ਸੋ ਨੀਰ ਗਹੀਰ ਸਦਾ ਜਿਸ ਚਾਲਾ। ਸਤਲੁਜ ਦਰਿਆ ਜਿਹੜਾ ਕਦੇ ਸੁੱਕਦਾ ਨਹੀਂ ਹੈ, ਜਿਹਦੇ ਵਿੱਚ ਹਮੇਸ਼ਾ ਅਗਾਧ ਨੀਰ, ਡੂੰਘਾ ਜਲ ਉਹ ਵਗਦਾ ਹੈ, ਵਹਿੰਦਾ ਹੈ। ਸੈਲ ਉਤੰਗ ਦਿਸ਼ਾ ਦੂਸਰੀ। ਆਨੰਦਪੁਰ ਸਾਹਿਬ ਜੀ ਦੇ ਇੱਕ ਪਾਸੇ ਸਤਲੁਜ ਦਰਿਆ ਹੈ ਤੇ ਦੂਜੇ ਪਾਸੇ ਉੱਚੇ ਉੱਚੇ ਪਹਾੜ ਹਨ। ਕਰ ਬੇਹਿਤ ਸੈਲ ਮਹਾ ਛਬ ਵਾਲਾ। ਇਹੋ ਜਿਹਾ ਸੋਹਣਾ ਇਲਾਕਾ ਵੀ ਜਦੋਂ ਉੱਥੇ ਜਾਈਏ, ਸੈਲ ਕਰੀਏ ਤੇ ਮਨ ਨੂੰ ਜਗ੍ਹਾ ਪਾਉਂਦੀ ਹੈ। ਇਹ ਸਾਰਾ ਇਲਾਕਾ ਮਨ ਨੂੰ ਭਾਉਂਦਾ, ਐਸਾ ਸੁੰਦਰ ਰਮਣੀਕ ਹੈ। ਚੰਡ ਪ੍ਰਚੰਡ ਕੋ ਨੈਣ ਸਥੰਡਲ। ਨਾਲ ਹੀ ਇੱਕ ਪਾਸੇ ਨੈਣਾ ਦੇਵੀ ਦਾ ਜੋ ਟਿੱਲਾ ਹੈ ਉਹ ਨਜ਼ਰ ਆਉਂਦਾ। ਆਨੰਦਪੁਰ ਸਾਹਿਬ ਜਦੋਂ ਜਾਈਏ ਤੇ ਸਭ ਤੋਂ ਉੱਚਾ ਟਿੱਲਾ ਨੈਣਾ ਦੇਵੀ ਦਾ ਹੀ ਨਜ਼ਰ ਆਉਂਦਾ। ਤੇ ਕਲਗੀਧਰ ਜੀ ਜਦੋਂ ਆਪਣਾ ਐਡਰੈਸ ਲਿਖਦੇ ਆ ਨਾ, ਆਪਣੀ ਬਾਣੀ 'ਚ ਆਪਣਾ ਐਡਰੈਸ ਲਿਖਦੇ, ਆਪਣੀ ਬਾਣੀ ਰਚ ਕੇ, ਤੇ ਗੁਰਦੇਵ ਉਹਦਾ ਜ਼ਿਕਰ ਕਰਦੇ ਨੈਣਾ ਦੇਵੀ ਦੇ ਟਿੱਲੇ ਦਾ। ਪਾਤਸ਼ਾਹ ਲਿਖਦੇ ਆ, ਨੇਤਰ ਤੁੰਗ ਕੇ ਚਰਨ ਤਾਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਭਰ ਕਥਾ ਪ੍ਰਸੰਗ। ਜਿੱਥੇ ਗੁਰਦੁਆਰਾ ਬਿਪੌਰ ਸਾਹਿਬ ਉੱਥੇ ਗੁਰਦੇਵ ਨੇ ਬਾਣੀ ਦੀ ਰਚਨਾ ਕੀਤੀ। ਤੋ ਮਹਾਰਾਜ ਜੀ ਆਪ ਵੀ ਉਸ ਨੇਤਰ ਤੁੰਗ ਯਾਨੀ ਕਿ ਨੈਣਾ ਦੇਵੀ ਦਾ ਉਹ ਟਿੱਲਾ ਉੱਚਾ ਪ੍ਰਚੰਡ, ਉਹ ਉੱਚਾ ਸਥੰਡਲ ਇੱਕ ਪਾਸੇ ਨਜ਼ਰ ਆਉਂਦਾ ਹੈ। ਦੀਨ ਅਖੰਡਲ ਕੋ ਸੁਰਸਾਲਾ। ਔਰ ਇੱਕ ਪਾਸੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ। ਕੀਰਤ ਕੋ ਬਿਸਤੀਰਤ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕੀਰਤੀ ਚਾਰੇ ਪਾਸੇ ਵਿਸਤ੍ਰਿਤ ਹੋ ਰਹੀ ਹੈ। ਕਨ ਸੈਲਪਤੀ ਸਭ ਜੀਤ ਲਏ। ਇਹ ਕੀਰਤੀ ਗੁਰਦੇਵ ਦੀ ਉਜਾਗਰ ਹੋ ਰਹੀ ਹੈ ਸਰਬ ਥਾਈਂ ਕਿ ਕਲਗੀਧਰ ਜੀ ਨੇ ਸਾਰੇ ਪਹਾੜੀ ਰਾਜੇ ਜਿੱਤ ਲਏ ਨੇ। ਕਿਉਂਕਿ ਭੰਗਾਣੀ ਦੇ ਜੰਗ ਵਿੱਚ ਸਾਰੇ ਰਾਜਿਆਂ ਦੀ ਸਹਿਮਤੀ ਸੀ ਸਵਾਏ ਰਾਜੇ ਮੇਦਨੀ ਪ੍ਰਕਾਸ਼ ਤੋਂ। ਇਸ ਕਰਕੇ ਮਹਾਰਾਜ ਜੀ ਦੀ ਇਹ ਕੀਰਤੀ ਫੈਲ ਰਹੀ ਹੈ
ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੇ ਪਹਾੜੀ ਰਿਆਸਤਾਂ ਦੇ ਰਾਜੇ ਜਿੱਤ ਲਏ ਨੇ। ਲੋਕ ਬਸਾਵਤ ਹੈ ਪੁਰ ਆਨੰਦ। ਔਰ ਸਤਿਗੁਰੂ ਜੀ ਆਪਣੀ ਨਗਰੀ ਸ੍ਰੀ ਆਨੰਦਪੁਰ ਸਾਹਿਬ 'ਚ ਲੋਕਾਂ ਨੂੰ ਵਸਾ ਰਹੇ ਨੇ। ਵੱਧ ਤੋਂ ਵੱਧ ਲੋਕ ਜਿਹੜੇ ਆਉਂਦੇ ਉਹਨਾਂ ਨੂੰ ਮਹਾਰਾਜ ਜੀ ਆਨੰਦਪੁਰ ਸਾਹਿਬ 'ਚ ਮਕਾਨ ਬਣਵਾ ਕੇ ਦਿੰਦੇ ਨੇ, ਉਹਨਾਂ ਦੀ ਰਿਹਾਇਸ਼ ਵਾਸਤੇ ਉਹਨਾਂ ਨੂੰ ਜਗ੍ਹਾ ਪ੍ਰਦਾਨ ਕਰਦੇ ਨੇ, ਕਿਉਂਕਿ ਆਨੰਦਪੁਰ ਸਾਹਿਬ ਸਤਿਗੁਰਾਂ ਦੀ ਆਪਣੀ ਹੱਕ ਮੂਜਬ ਜਗ੍ਹਾ ਹੈ। ਮੁੱਲ ਖਰੀਦੀ ਹੈ ਨੌਵੇਂ ਪਾਤਸ਼ਾਹ ਨੇ ਜਗ੍ਹਾ। ਇਸ ਕਰਕੇ ਬਹੁਤ ਸਾਰਿਆਂ ਲੋਕਾਂ ਨੂੰ ਸਤਿਗੁਰੂ ਜੀ ਆਨੰਦਪੁਰ ਸਾਹਿਬ ਵਸਾ ਰਹੇ ਨੇ। ਇਹ ਗੱਲਾਂ ਚਾਰੇ ਪਾਸੇ ਫੈਲ ਰਹੀਆਂ ਹਨ। ਦਾਨ ਕੋ ਦੇਤ ਹੈ ਮਾਨ ਕਏ। ਜਿਹੜਾ ਵੀ ਆ ਕੇ ਆਨੰਦਪੁਰ ਸਾਹਿਬ 'ਚ ਵਸਦਾ, ਜੇ ਕਿਸੇ ਕੋਲ ਪੈਸਾ ਹੈ ਤੇ ਉਹ ਆਪਣਾ ਘਰ ਬਣਾ ਲੈਂਦਾ, ਜੇ ਨਹੀਂ ਉਹ ਬੇਨਤੀ ਕਰੇ ਉਹਨੂੰ ਸਤਿਗੁਰੂ ਜੀ ਦਾਨ ਦਿੰਦੇ ਐ, ਉਹਨੂੰ ਮਕਾਨ ਵੀ ਬਣਾ ਕੇ ਦਿੰਦੇ ਐ। ਔਰ ਇੱਥੇ ਹੀ ਬਸ ਨਹੀਂ, ਜਿਹੜਾ ਕੋਈ ਆਉਂਦਾ ਉਹਨੂੰ ਬੜਾ ਮਾਣ ਦਿੰਦੇ ਨੇ, ਆਓ ਭਾਈ ਆਨੰਦਪੁਰ ਸਾਹਿਬ 'ਚ ਵਸੋ। ਆਇਆ ਹੋਇਆਂ ਦਾ ਮਾਣ ਕਰਦੇ ਸਤਿਗੁਰੂ ਕਲਗੀਧਰ ਜੀ। ਜੋ ਗੁਣਵੰਤ ਉਚਾਰਤ ਹੈ ਜਸ। ਜਿਹੜੇ ਗੁਣੀ ਜਨ ਲੋਕ ਨੇ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਕਰਦੇ ਨੇ। ਬੜੇ ਬੜੇ ਗੁਣੀ ਜਨ, ਕਵੀਸ਼ਰ, ਭੱਟ, ਇਹ ਸਾਰੇ ਆ ਕੇ ਮਹਾਰਾਜ ਜੀ ਦਾ ਜਸ ਗਾਉਂਦੇ ਹਨ। ਬਾਂਚਤ ਸੋ ਤਨ ਲੇਤ ਪਏ। ਬੜੇ ਬੜੇ ਗੁਣੀ ਜਨ ਜਦੋਂ ਆ ਕੇ ਸਤਿਗੁਰਾਂ ਦੇ ਕੋਲ ਕਵਿਤਾਵਾਂ ਰਚਦੇ ਨੇ, ਬਹੁਤ ਸਾਰੇ ਜਿਹੜੇ ਸੰਸਕ੍ਰਿਤ 'ਚ ਲਿਖੇ ਹੋਏ ਗ੍ਰੰਥਾਂ ਦਾ ਕਲਗੀਧਰ ਜੀ ਉਹਨਾਂ ਕੋਲੋਂ ਦੇਸ਼ ਭਾਖਾ ਬੋਲੀ ਦੇ ਵਿੱਚ ਅਨੁਵਾਦ ਕਰਾਉਂਦੇ ਨੇ, ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਗੁਣੀ ਜਨਾਂ ਨੂੰ, ਵਿਦਵਾਨ ਜਨਾਂ ਨੂੰ, ਕਵੀ ਟਹਿਕਣ ਵਰਗਿਆਂ ਨੂੰ, ਕੰਕਣ ਵਰਗਿਆਂ ਨੂੰ ਉਸ ਵੇਲੇ 60-60 ਹਜ਼ਾਰ ਰੁਪਈਆ ਦੇ ਕੇ ਮਹਾਰਾਜ ਜੀ ਮਹਾਭਾਰਤ ਦੇ ਕਈ ਪਰਵਾਂ ਦਾ ਅਨੁਵਾਦ ਕਰਵਾ ਰਹੇ ਨੇ। ਦੂਰ ਤੇ ਆਵਤ ਛੰਦ ਸੁਨਾਵਤ। ਬੜੇ ਬੜੇ ਵਿਦਵਾਨ ਕਵੀ ਚੰਦਨ ਵਰਗੇ, ਇਸੇ ਤਰ੍ਹਾਂ ਕਵੀ ਸੈਨਾਪਤੀ ਵਰਗੇ, ਕਵੀ ਟਹਿਕਣ ਵਰਗੇ, ਕਵੀ ਕੰਕਣ ਵਰਗੇ ਜਦੋਂ ਚੱਲ ਕੇ ਆਉਂਦੇ ਨੇ ਤੇ ਦੂਰੋਂ ਹੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦਿਆਂ ਹੀ ਜਦੋਂ ਪ੍ਰਵੇਸ਼ ਹੀ ਕਰਦੇ ਨੇ ਤੇ ਪ੍ਰਵੇਸ਼ ਕਰਦੇ ਹੀ ਬੜਾ ਸੋਹਣਾ ਛੰਦ ਬਣਾ ਕੇ ਕਲਗੀਧਰ ਜੀ ਦੀ ਸਿਫਤ ਵਿੱਚ ਗਾਇਨ ਕਰਦੇ ਨੇ, ਸਤਿਗੁਰਾਂ ਨੂੰ ਸੁਣਾਉਂਦੇ ਨੇ। ਪਾਵਤ ਦਰਬ ਦਰਿਦਰ ਹਰੇ। ਜਿਹੜਾ ਆ ਕੇ ਕੋਈ ਚੰਗਾ ਵਧੀਆ ਛੰਦ ਸੁਣਾਉਂਦਾ, ਚੰਗਾ ਕਵਿਤ ਸੁਣਾਉਂਦਾ, ਸਵਈਆ ਸੁਣਾਉਂਦਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਮਨ ਬਾਂਝਤ ਫਲ ਦਾਨ ਬਖਸ਼ਿਸ਼ ਕਰਦੇ ਨੇ। ਉਹਨੂੰ ਧਨ ਇੰਨਾ ਦਿੰਦੇ ਨੇ ਕਿ ਉਹਨਾਂ ਦਾ ਦਲਿੱਦਰ ਦੂਰ ਹੋ ਜਾਂਦਾ। ਖਾਲਸਾ ਜੀ, ਜਿਸ ਕੌਮ ਦੇ, ਜਿਸ ਧਰਮ ਦੇ, ਮਜ਼ਹਬ ਦੇ ਵਿਦਵਾਨ ਆਰਥਿਕ ਤੌਰ ਤੇ ਭਲੀ ਪ੍ਰਕਾਰ ਨਾਲ ਮਜ਼ਬੂਤ ਹੋਣਗੇ, ਉਹੀ ਵਿਦਵਾਨ ਆਪਣੀਆਂ ਕੌਮਾਂ ਦਾ ਸਹੀ ਢੰਗ ਨਾਲ ਪ੍ਰਚਾਰ ਪ੍ਰਸਾਰ ਕਰ ਸਕਦੇ ਹਨ। ਤੋ ਉਸ ਵਕਤ ਮਹਾਰਾਜ ਜੀ ਨੇ ਵਿਦਵਾਨਾਂ ਦੀ ਕਦਰ ਕੀਤੀ ਹੈ। ਇਹਨਾਂ ਵਿਦਵਾਨਾਂ ਨੂੰ ਮਹਾਰਾਜ ਜੀ ਇੰਨਾ ਧਨ ਦਾਨ ਕਰਦੇ ਨੇ ਕਿ ਉਹਨਾਂ ਦੇ ਦਲਿੱਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਕਰ ਦਿੱਤੇ ਹਨ। ਭੀਰ ਅਨੇਕ ਕਨੀਪੁਰ ਆਨੰਦ। ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਹੋਏ ਗੁਰਮੁਖਾਂ ਪਿਆਰਿਆਂ ਦੀਆਂ, ਯਾਤਰੂਆਂ ਦੀਆਂ ਕਹਿੰਦੇ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਆਨ ਦੁਕਾਨ ਕਰੇ ਬਿਵਹਾਰਾ। ਕਈ ਵਪਾਰੀ ਆ ਗਏ ਨੇ ਆਨੰਦਪੁਰ ਸਾਹਿਬ ਦੀ ਰੌਣਕ ਵੇਖ ਕੇ ਕਿ ਅਸੀਂ ਇੱਥੇ ਆਪਣੀਆਂ ਪੱਕੀਆਂ ਦੁਕਾਨਾਂ ਬਣਾ ਲਈਏ। ਕਈ ਦੁਕਾਨਦਾਰ, ਕਈ ਵਪਾਰੀ ਆ ਗਏ ਨੇ, ਇਹਨਾਂ ਨੇ ਆ ਕੇ ਆਪੋ ਆਪਣੀਆਂ ਵਪਾਰ ਦੀਆਂ ਦੁਕਾਨਾਂ ਖੋਲ ਲਈਆਂ ਹਨ, ਵਪਾਰ ਕਰਨ ਲੱਗੇ ਨੇ। ਅੰਬਰ ਲੈ ਪਸ਼ਮੰਬਰ ਕੋ ਗਨ। ਕੋਈ ਕੱਪੜਿਆਂ ਦਾ ਆ ਕੇ ਵਪਾਰ ਕਰਦਾ, ਕੋਈ ਰੇਸ਼ਮ ਦੇ ਧਾਗੇ ਦੇ ਬਣੇ ਕੀਮਤੀ ਕੱਪੜਿਆਂ ਦਾ ਵਪਾਰ ਕਰਦਾ। ਬ੍ਰਿੰਦ ਪਟੰਬਰ ਕੇਰ ਅੰਬਾਰਾ। ਕੋਈ ਪਸ਼ਮੀਨੇ ਦੇ ਬਣੇ ਕੱਪੜਿਆਂ ਦਾ, ਕੋਈ ਰੇਸ਼ਮ ਦੇ ਬਣੇ ਹੋਏ ਕੱਪੜਿਆਂ ਦੇ ਵੱਡੇ ਵੱਡੇ ਥਾਨ ਲਿਆ ਕੇ ਆਨੰਦਪੁਰ ਸਾਹਿਬ ਦੇ ਵਿੱਚ ਆ ਕੇ ਕੱਪੜਿਆਂ ਦੇ ਵਪਾਰੀਆਂ ਨੇ ਆਪਣੀਆਂ ਬਜਾਜੀ ਦੀਆਂ ਦੁਕਾਨਾਂ ਖੋਲ੍ਹ ਲਈਆਂ ਨੇ। ਰੌਣਕ ਬਹੁਤ ਹੈ ਆਨੰਦਪੁਰ ਸਾਹਿਬ ਵਿੱਚ, ਮੇਲਾ ਲੱਗਾ ਰਹਿੰਦਾ, ਸੰਗਤ ਦਾ ਆਉਂਦੀ ਜਾਂਦੀ ਰਹਿੰਦੀ ਹੈ ਸੰਗਤ। ਇਸ ਕਰਕੇ ਤਿਨਾਂ ਦਾ ਵਪਾਰ ਵੀ ਚੰਗਾ ਖੂਬ ਚੱਲਦਾ ਹੈ। ਬੈਠ ਸਰਾਫ ਸੁਥਾਤਨ ਲੈ। ਬੜੇ ਸਰਾਫ ਸੁਨਿਆਰੇ ਜਿਹੜੇ ਨੇ ਉਹ ਵੀ ਆ ਗਏ ਨੇ, ਥੈਲੀਆਂ ਲੈ ਕੇ
ਸੋਨੇ ਦੀਆਂ ਸ਼ਰਫੀਆਂ ਲੈ ਕੇ। ਰਜਤੰਗਨ ਕੰਚਨ ਕੀਨ ਵਪਾਰਾ। ਚਾਂਦੀ ਤੇ ਸੋਨੇ ਦਾ ਵਪਾਰ ਕਰਦੇ ਨੇ। ਕੋਈ ਚਾਂਦੀ ਦੇ ਵਧੀਆ ਵਧੀਆ ਗਹਿਣੇ ਬਣਾਉਂਦਾ ਹੈ, ਕੋਈ ਸੋਨੇ ਦੇ ਬਣਾਉਂਦਾ ਹੈ। ਇਸ ਕਰਕੇ ਸੁਨਿਆਰਿਆਂ ਦੀਆਂ ਵੀ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਸ੍ਰੀ ਆਨੰਦਪੁਰ ਸਾਹਿਬ 'ਚ ਖੁੱਲ੍ਹ ਗਈਆਂ ਨੇ। ਭੂਖਨ ਬ੍ਰਿੰਦ ਤਰੇ ਤਨ ਮੈਂ। ਬਹੁਤ ਸਾਰੇ ਸੋਹਣੇ ਆਭੂਸ਼ਣ ਗਹਿਣੇ ਉਹਨਾਂ ਦੁਕਾਨਾਂ ਤੋਂ ਖਰੀਦੇ ਜਾਂਦੇ ਹਨ ਔਰ ਲੋਕ ਆਪਣੇ ਤਨਾਂ ਤੇ ਸਰੀਰਾਂ ਤੇ ਉਹ ਆਭੂਸ਼ਣ ਧਾਰਨ ਕਰਦੇ ਨੇ। ਪਹਿਰੇ ਬਰ ਚੀਰ ਬਸਿਓ ਪੁਰ ਸਾਰਾ। ਬੜੇ ਬੜੇ ਸੋਹਣੇ ਵਸਤਰ ਪਹਿਨ ਕੇ ਆਨੰਦਪੁਰ ਸਾਹਿਬ 'ਚ ਲੋਕ ਵਸਦੇ ਨੇ। ਕਹਿੰਦੇ ਗਰੀਬੀ ਨਹੀਂ ਰਹਿਣ ਦਿੱਤੀ ਮੇਰੇ ਸਤਿਗੁਰਾਂ ਨੇ। ਜੇ ਕੋਈ ਗਰੀਬ ਆਇਆ ਉਹਨੂੰ ਸੋਹਣਾ ਮਕਾਨ ਬਣਾ ਕੇ ਪਾਤਸ਼ਾਹ ਨੇ ਦਿੱਤਾ ਹੈ। ਉਹਨੂੰ ਦਾਨ ਮਾਨ ਦੇ ਕਰਕੇ ਉਹਦੀ ਰੋਜੀ ਰੋਟੀ ਦਾ ਵੀ ਪ੍ਰਬੰਧ ਸਤਿਗੁਰਾਂ ਨੇ ਕੀਤਾ ਹੈ। ਜਾਂ ਆਪਣੇ ਘਰ ਵਿੱਚ ਉਹਨੂੰ ਸੇਵਾਦਾਰ ਰੱਖ ਲਿਆ। ਜੇ ਕੋਈ ਸ਼ਸਤਰਧਾਰੀ ਆ ਤਾਂ ਉਹਨੂੰ ਸਿਪਾਹੀ ਬਣਾ ਕੇ ਭਰਤੀ ਕਰ ਲਿਆ ਹੈ। ਸ਼੍ਰੀ ਪ੍ਰਭ ਨੀਤ ਵਿਚਾਰ ਹਿਰਦੇ ਮੈਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੁਣ ਆਪਣੇ ਹਿਰਦੇ 'ਚ ਇੱਕ ਗੱਲ ਦੀ ਵਿਚਾਰ ਨਿਤ ਕਰਦੇ ਹਨ। ਕੀਨ ਕਿਲਾ ਚਿਨਵਾਵਨ ਕੋ। ਮਹਾਰਾਜ ਜੀ ਕਹਿ ਸੋਚਦੇ ਨੇ ਵੀ ਹੁਣ ਕਿਲਾ ਬਣਾਈਏ ਇੱਕ ਵੱਡਾ ਮਜ਼ਬੂਤ, ਕਿਉਂਕਿ ਵੈਰੀ ਦਲ ਕਦੇ ਵੀ ਹਮਲਾ ਕਰ ਸਕਦਾ। ਆਪਣੇ ਵੱਲੋਂ ਤਿਆਰੀ ਰੱਖਣੀ ਚਾਹੀਦੀ ਹੈ। ਨਗਰ ਹੈ ਪਰ ਨਗਰ ਵਿੱਚ ਇੱਕ ਮਜ਼ਬੂਤ ਕਿਲਾ ਉਹ ਹੋਣਾ ਜ਼ਰੂਰੀ ਹੈ। ਇਹ ਮਹਾਰਾਜ ਜੀ ਦੇ ਹਿਰਦੇ 'ਚ ਇੱਛਾ ਹੋਈ। ਮੋਰਚੇ ਬ੍ਰਿੰਦ ਰੱਖੇ ਹੱਥ ਬੇਕੋ। ਪਾਤਸ਼ਾਹ ਨੇ ਕਿਲੇ ਦੀ ਉਸਾਰੀ ਕਰਵਾਣੀ ਸ਼ੁਰੂ ਕੀਤੀ। ਕਿਲਾ ਆਨੰਦਗੜ੍ਹ ਸਾਹਿਬ ਜਿਹਦੇ ਵਿੱਚ ਬਕਾਇਦਾ ਬਹੁਤ ਸਾਰੇ ਮੋਰਚੇ ਰੱਖੇ ਹੋਏ ਨੇ। ਜਦੋਂ ਤੁਸੀਂ ਆਨੰਦਪੁਰ ਸਾਹਿਬ ਜਾਓ, ਮਹਾਰਾਜ ਜੀ ਦਾ ਇਹ ਪੁਰਾਤਨ ਕਿਲਾ ਆਨੰਦਗੜ੍ਹ ਸਾਹਿਬ, ਜਿਹਦੇ ਵਿੱਚ ਆਪ ਜੀ ਜਦੋਂ ਜਾ ਕੇ ਵੇਖੋ ਬਕਾਇਦਾ ਮੋਰਚੇ ਬਣੇ ਹੋਏ ਨੇ। ਬੰਦੂਕਾਂ ਦੇ ਮੋਰਚੇ, ਜਿਨ੍ਹਾਂ ਦੇ ਵਿੱਚੋਂ ਤੋਪਾਂ ਦੇ ਮੋਰਚੇ ਬਣੇ ਹੋਏ ਨੇ ਕਿ ਥੱਲੇ ਜਿਹੜਾ ਦੁਸ਼ਮਣ ਹੈ ਉਹਦੇ ਤੇ ਨਿਸ਼ਾਨਾ ਸੇਧਣਾ। ਤੋ ਐਸੇ ਸੋਹਣੇ ਮੋਰਚੇ ਰਚ ਕੇ ਕਿਲਿਆਂ ਦੀ ਉਸਾਰੀ ਸਤਿਗੁਰੂ ਜੀ ਕਰਵਾ ਰਹੇ ਨੇ। ਆਵਤ ਸ਼ਤੁਰਨ ਕਾਵਨ ਕੋ। ਮੋਰਚੇ ਕਿਲੇ ਵਿੱਚ ਇਸ ਢੰਗ ਨਾਲ ਬਣਾ ਰਹੇ ਨੇ ਕਿ ਦੁਸ਼ਮਣ ਆਵੇ ਤੇ ਆਉਂਦੇ ਦੁਸ਼ਮਣ ਦਾ ਘਾਵ ਕੀਤਾ ਜਾ ਸਕੇ, ਭਾਵ ਉਹਨੂੰ ਮਾਰਿਆ ਜਾ ਸਕੇ। ਕੋਟ ਮਹਾਦ੍ਰਿੜ ਪਾਹਨ ਕੋ। ਔਰ ਕਿਲੇ ਦੀ ਉਸਾਰੀ ਜਿਹੜੇ ਮਜ਼ਬੂਤ ਪੱਥਰ ਨੇ ਵੱਡੇ ਵੱਡੇ, ਉਹਨਾਂ ਪੱਥਰਾਂ ਦੇ ਨਾਲ ਕੰਧਾਂ ਉਸਾਰੀਆਂ ਜਾ ਰਹੀਆਂ ਨੇ। ਕਰ ਬੀਚ ਪਲੇ ਲਰਵਾਵਨ ਕੋ। ਔਰ ਉਹਦੇ ਵਿੱਚ ਚੰਗੀ ਤਰ੍ਹਾਂ ਲੜਨ ਵਾਲੀ ਖੁੱਲੀ ਥਾਂ ਰੱਖ ਕੇ ਸੂਰਮਿਆਂ ਦੇ ਰਹਿਣ ਸਹਿਣ ਦਾ ਵੀ ਉਹਦੇ 'ਚ ਪ੍ਰਬੰਧ ਹੋ ਸਕੇ। ਐਸੇ ਕਿਲੇ ਮਹਾਰਾਜ ਜੀ ਉਸਾਰੀ ਕਰਵਾ ਰਹੇ ਨੇ। 5 ਕਿਲੇ ਗੁਰਦੇਵ ਨੇ ਆਨੰਦਪੁਰ ਸਾਹਿਬ ਬਣਵਾਏ ਨੇ। ਸਿੰਘ ਸਪੋਰ ਰਚਿਓ ਉੱਚ ਠੋਰੈ। ਔਰ ਚਾਰੇ ਪਾਸਿਓਂ ਨਗਰ ਦੀ ਜਿਹੜੀ ਨਿਗਰਾਨੀ ਕਰਨ ਲਈ ਆਉਣ ਜਾਣ ਦੇ ਰਸਤੇ ਨੇ, ਉਹਨਾਂ ਰਸਤਿਆਂ ਦੇ ਉੱਤੇ ਸਹੀ ਢੰਗ ਨਾਲ ਪ੍ਰਬੰਧ ਕੀਤਾ। ਇੱਕ ਵੱਡਾ ਮੁੱਖ ਦਰਵਾਜ਼ਾ ਸਿੰਘ ਪੌਰ ਜਿਸ ਨੂੰ ਕਹਿੰਦੇ ਨੇ ਉਹ ਬਣਵਾਇਆ ਹੈ। ਚੌਰ ਵਿਸਾਲ ਸੁਆਵਨ ਕੋ। ਹਾਂਜੀ, ਚੋਰ ਵਿਸਾਲ ਸੁਆਵਨ ਕੋ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਕਹਿੰਦੇ ਬੜਾ ਸੋਹਣਾ ਚੌੜਾ ਜਿਹੜਾ ਹੈ ਉਹ ਸਿੰਘ ਪੌਰ ਜਿਹੜਾ ਮੁੱਖ ਦਰਵਾਜ਼ਾ ਬੜਾ ਚੌੜਾ ਜਿਹੜਾ ਉਹ ਬਣਵਾਇਆ ਹੈ। ਵੀਰ ਫਿਰੇ ਵੱਡ ਬਾਹਨ ਕੋ। ਔਰ ਬਹੁਤ ਸਾਰੇ ਵੀਰ ਯੋਧੇ ਆਪਣੇ ਵਾਹਨ ਲੈ ਕੇ ਉਹਦੇ ਵਿੱਚ ਫਿਰਦੇ ਹਨ। ਬਲ ਬਾਹਨ ਬ੍ਰਿੰਦ ਤੁਰੰਗ ਤਬੇਲੇ। ਬੜੇ ਬਲੀ ਵਾਹਨ ਨੇ ਯੋਧਿਆਂ ਦੇ, ਘੋੜਿਆਂ ਦੇ ਤਬੇਲੇ ਉਹਨਾਂ ਕਿਲਿਆਂ ਦੇ ਵਿੱਚ ਨਾਲ ਬਣਾਏ ਗਏ ਨੇ। ਜਿਹੜਾ ਸਿੰਘ ਪੌਰ ਹੈ ਉਹ ਇੰਨਾ ਚੌੜਾ ਬਣਾਇਆ ਗਿਆ ਵੀ ਘੋੜੇ ਲੈ ਕੇ ਉਹਦੇ ਵਿੱਚ ਬੰਦੇ ਯੋਧੇ ਆਰਾਮ ਨਾਲ ਫਿਰ ਸਕਣ। ਫਿਰ ਕਿਲਿਆਂ ਦੇ ਅੰਦਰ ਤਬੇਲਿਆਂ ਦਾ ਪ੍ਰਬੰਧ ਕੀਤਾ ਜਿੱਥੇ ਘੋੜੇ ਬੰਨੇ ਜਾ ਸਕਣ। ਆਯੁਧ ਸੁੰਦਰ ਕੋ ਕਰ ਧਾਰਤ। ਸਤਿਗੁਰਾਂ ਦੇ ਯੋਧੇ ਬੜੇ ਬੜੇ ਵਧੀਆ ਬਲੀ ਘੋੜੇ, ਚੰਗੇ ਚੰਗੇ ਵਧੀਆ ਹਥਿਆਰ ਤੇ ਸ਼ਸਤਰ ਆਪਣੇ ਹੱਥਾਂ 'ਚ ਧਾਰਨ ਕਰਦੇ ਨੇ। ਸ਼ਸਤਰਾਂ ਦੇ ਉੱਤੇ ਸਤਿਗੁਰਾਂ ਦੇ ਯੋਧੇ ਖਾਸ ਕਰਕੇ ਆਪਣੀ ਰੀਝ ਲਾਉਂਦੇ ਨੇ। ਭਾਵੇਂ ਸਿੱਖ ਜਿਹੜਾ ਸਿੰਘ ਹੈ ਘਰ ਵਿੱਚ ਭਾਵੇਂ ਸਹੀ ਢੰਗ ਨਾਲ ਰੋਟੀ ਨਾ ਪੱਕੇ, ਪਰ ਸ਼ਸਤਰ ਵਧੀਆ ਤੋਂ ਵਧੀਆ ਰੱਖਣਾ ਹੈ, ਕਿਉਂਕਿ ਮਾੜਾ ਸ਼ਸਤਰ ਤਾਂ ਜੰਗ ਦੇ ਮੈਦਾਨ 'ਚ ਕਦੇ ਵੀ ਧੋਖਾ ਦੇ ਸਕਦਾ ਹੈ। ਸ਼ਸਤਰ ਹਮੇਸ਼ਾ ਵਧੀਆ ਹੋਣਾ ਚਾਹੀਦਾ ਹੈ। ਵਾਹਨ ਔਰ ਸ਼ਸਤਰ ਇਹ ਦੋਵੇਂ ਚੀਜ਼ਾਂ ਚੰਗੀਆਂ ਵਧੀਆ ਹੋਣੀਆਂ ਚਾਹੀਦੀਆਂ ਨੇ।
ਵਾਹਨ ਵਧੀਆ ਹੋਵੇਗਾ ਤੁਸੀਂ ਚੰਗਾ ਸਫ਼ਰ ਕਰ ਸਕਦੇ ਹੋ, ਸ਼ਸਤਰ ਚੰਗਾ ਹੋਵੇਗਾ ਤੇ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹੋ। ਵਾਹਨ ਚੰਗਾ ਨਾ ਹੋਵੇ ਰਸਤੇ 'ਚ ਪਤਾ ਨਹੀਂ ਕਿੱਥੇ ਖੜ ਜਾਏ, ਸ਼ਸਤਰ ਚੰਗਾ ਨਾ ਹੋਵੇ ਪਤਾ ਨਹੀਂ ਕਦੋਂ ਧੋਖਾ ਦੇ ਜਾਏ। ਵਧੀਆ ਵਧੀਆ ਹਥਿਆਰ ਤੇ ਘੋੜੇ ਮਹਾਰਾਜ ਜੀ ਸਿੰਘਾਂ ਨੂੰ ਪ੍ਰਦਾਨ ਕਰਦੇ ਨੇ। ਇੱਕ ਸਮਾਂ ਐਸਾ ਵੀ ਆਇਆ ਖਾਲਸੇ ਪੰਥ ਤੇ ਜਦੋਂ ਨਾ ਸਿੰਘਾਂ ਦੇ ਕੋਲ ਚੰਗਾ ਵਾਹਨ ਸੀ ਤੇ ਨਾ ਹੀ ਚੰਗੇ ਵਧੀਆ ਹਥਿਆਰ ਸਨ, ਪਰ ਫਿਰ ਵੀ ਸੁਰਤੀ 'ਚ ਇਹੋ ਜਿਹੀ ਚੜ੍ਹਦੀ ਕਲਾ ਸੀ ਕਿ ਖਾਲਸੇ ਰਾਜ ਦਾ ਇੱਕ ਸੁਪਨਾ ਸਿੰਘਾਂ ਦੇ ਨੇਤਰਾਂ ਵਿੱਚ ਸੀ ਕਿ ਅਸੀਂ ਖਾਲਸੇ ਦਾ ਰਾਜ ਸਥਾਪਿਤ ਕਰਨਾ ਹੈ। ਉਹ ਖੁੰਡੀਆਂ ਤਲਵਾਰਾਂ ਲੈ ਕੇ, ਜਿਨ੍ਹਾਂ ਦੇ ਉੱਤੇ ਨਾ ਮਿਆਨ ਸਨ, ਨਾ ਗਾਤਰੇ ਪਾਉਣ ਵਾਸਤੇ ਗਾਤਰੇ ਸਨ, ਟੁੱਟੀਆਂ ਫੁੱਟੀਆਂ ਰੱਸੀਆਂ ਲਿਆ ਕੇ ਉਹਨਾਂ ਨਾਲ ਹੀ ਕਿਰਪਾਨਾਂ ਦਾ ਗਾਤਰਾ ਬਣਾ ਕੇ ਗਲ 'ਚ ਧਾਰਨ ਕਰਨਾ। ਘੋੜੇ ਵੀ ਇਹੋ ਜਿਹੇ ਕਿ ਪਿੱਛੋਂ ਧੱਕਣਾ ਪੈਂਦਾ, ਅੱਗੋਂ ਖਿੱਚਣਾ ਪੈਂਦਾ, ਤਾਂ ਉੱਦਾਂ ਚੱਲਦੇ ਸਨ। ਪਰ ਫਿਰ ਵੀ ਸੂਰਮਿਆਂ ਦੇ ਅੰਦਰ ਇੱਕ ਚੜ੍ਹਦੀ ਕਲਾ ਦੀ ਬਿਰਤੀ ਸੀ ਕਿ ਖਾਲਸੇ ਦਾ ਰਾਜ ਸਥਾਪਿਤ ਕਰਨਾ ਹੈ। ਉਹ ਸੂਰਮੇ ਯੋਧਿਆਂ ਦਾ ਜਿਹੜਾ ਸੁਪਨਾ ਸੀ ਨੇਤਰਾਂ ਦਾ, ਉਹ ਸਫਲ ਹੋਇਆ, ਖਾਲਸੇ ਦਾ ਰਾਜ ਸਥਾਪਿਤ ਵੀ ਹੋਇਆ ਔਰ ਬੜੇ ਵਿਸ਼ਾਲ ਪੱਧਰ ਤੇ ਖਾਲਸੇ ਦਾ ਰਾਜ ਹੋਇਆ। ਸ਼ੇਰੇ ਪੰਜਾਬ ਰਣਜੀਤ ਸਿੰਘ ਤੋਂ ਪਹਿਲਾਂ ਹੀ ਖਾਲਸੇ ਨੇ ਇੰਨੀਆਂ ਮੱਲਾਂ ਮਾਰ ਲਈਆਂ ਸਨ। ਮੁਲਤਾਨ ਤੱਕ ਦਾ ਇਲਾਕਾ, ਪਿਸ਼ਾਵਰ ਤੱਕ ਦਾ ਇਲਾਕਾ ਭੰਗੀਆਂ ਦੀਆਂ ਮਿਸਲਾਂ ਨੇ ਜਿੱਤ ਲਿਆ ਸੀ। ਲਾਹੌਰ ਉੱਤੇ ਖਾਲਸੇ ਦਾ ਕਬਜ਼ਾ ਹੋ ਚੁੱਕਾ ਸੀ। ਕਈ ਵਾਰੀ ਕਬਜ਼ਾ ਕਰਦੇ ਸਿੰਘ, ਪਰ ਅਬਦਾਲੀ ਆਇਆ, ਕਦੇ ਅਬਦਾਲੀ ਦਾ ਲੜਕਾ ਆਇਆ, ਉਦੋਂ ਇੱਕ ਵਾਰੀ ਆਨੰਦਪੁਰ ਲਾਹੌਰ ਦਾ ਕਿਲ੍ਹਾ ਛੱਡ ਕੇ ਚਲੇ ਵੀ ਜਾਂਦੇ। ਉਹ ਜਾਂਦੇ ਪਿੱਛੋਂ ਮੁੜ ਕੇ ਫੇਰ ਆ ਕੇ ਲਾਹੌਰ ਤੇ ਕਬਜ਼ਾ ਕਰ ਲੈਂਦੇ। ਕਸੂਰ ਵਰਗੀਆਂ ਵੱਡੀਆਂ ਵੱਡੀਆਂ ਰਾਜਧਾਨੀਆਂ ਉਹ ਖਾਲਸੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਦੁਪਹਿਰ ਦੇ ਵੇਲੇ ਜਾ ਕੇ ਸਰ ਕਰ ਲਈਆਂ। ਇਹੋ ਜਿਹੇ ਖਾਲਸੇ ਯੋਧੇ ਕਲਗੀਧਰ ਪਾਤਸ਼ਾਹ ਨੇ ਪੈਦਾ ਕੀਤੇ ਹਨ। ਸੋ ਕਹਿੰਦੇ ਜਿੰਨੇ ਸਿੰਘ ਨੇ ਮਹਾਰਾਜ ਜੀ ਦੇ ਕੋਲ, ਇਹਨਾਂ ਕੋਲ ਸ਼ਸਤਰਾਂ ਦੀ ਕਮੀ ਨਹੀਂ ਹੈ। ਮਹਾਰਾਜ ਜੀ ਬੜੇ ਬੜੇ ਵਧੀਆ ਸ਼ਸਤਰ ਇਹਨਾਂ ਸਿੰਘਾਂ ਦੇ ਗਾਤਰੇ ਪਵਾਉਂਦੇ ਨੇ। ਚੰਗੇ ਚੰਗੇ ਵਧੀਆ ਵਧੀਆ ਘੋੜੇ ਇਹਨਾਂ ਸੂਰਮਿਆਂ ਦੇ ਕੋਲ ਚੜ੍ਹਨ ਵਾਸਤੇ ਹਨ। ਪੋਸ਼ਿਸ਼ ਸੂਖਮ ਅੰਗਨ ਮੇਲੇ, ਔਰ ਕੱਪੜੇ ਜਿਹੜੀ ਪੁਸ਼ਾਕ ਹੈ ਸੂਰਮਿਆਂ ਦੇ, ਉਹ ਵੀ ਬੜੇ ਵਧੀਆ ਬਰੀਕ ਧਾਗੇ ਦੇ ਬਣੇ ਹੋਏ। ਜ਼ੀਨ ਜ਼ਰੀ ਬਰ ਜ਼ੇਬ ਜਗਾ ਮਗ, ਔਰ ਘੋੜਿਆਂ ਦੀਆਂ ਕਾਠੀਆਂ ਬੜੀਆਂ ਸੁੰਦਰ, ਜਿਨ੍ਹਾਂ ਤੇ ਜਿਹੜੀਆਂ ਕਾਠੀਆਂ ਪਾਈਆਂ ਹੋਈਆਂ ਉਹਨਾਂ ਦੇ ਵਿੱਚ ਜ਼ਰੀਦਾਰ ਕਢਾਈ ਦੇ ਤਾਰੂ ਪਾਏ ਹੋਏ ਨੇ ਨਾਲ। ਜੋ ਪਟ ਆਏ ਤੋ ਰਾਖ ਸੋਹੇਲੇ, ਜਿਹੜਾ ਵੀ ਸੂਰਮਾ ਸਤਿਗੁਰਾਂ ਕੋਲ ਆਉਂਦਾ ਮਹਾਰਾਜ ਜੀ ਉਹਨੂੰ ਬੜੇ ਸੁਖੀ ਢੰਗ ਨਾਲ ਰੱਖਦੇ ਨੇ, ਕਿਉਂਕਿ ਜੇ ਫੌਜ ਸੁਖੀ ਹੋਵੇਗੀ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ, ਉਹਨਾਂ ਨੂੰ ਚੰਗੇ ਹਥਿਆਰ ਮਿਲਣਗੇ ਤੇ ਉਹਨਾਂ ਅੰਦਰ ਚਾਹ ਹੋਵੇਗਾ, ਮੇਰਾ ਜਿਹੜਾ ਮਾਲਕ ਮੇਰੇ ਤੇ ਇੰਨੀ ਕਿਰਪਾ ਕਰ ਰਿਹਾ, ਮੈਂ ਉਨੀ ਬਹਾਦਰੀ ਨਾਲ ਇਹਦੇ ਵਾਸਤੇ ਲੜਾਂ। ਜਿਹੜਾ ਵੀ ਕੋਈ ਸੂਰਮਾ ਆਉਂਦਾ ਹੈ ਮਹਾਰਾਜ ਜੀ ਉਹਦੀ ਕਦਰ ਕਰਦੇ ਨੇ, ਉਹਨੂੰ ਬੜੇ ਸੌਖੇ ਢੰਗ ਨਾਲ ਉਹਦੇ ਰਹਿਣ ਸਹਿਣ ਦਾ, ਖਾਣ ਪੀਣ ਦਾ ਪ੍ਰਬੰਧ ਔਰ ਉਹਦੇ ਲਈ ਵਧੀਆ ਵਸਤਰਾਂ ਦਾ, ਘੋੜਿਆਂ ਦਾ ਪ੍ਰਬੰਧ ਸਤਿਗੁਰੂ ਜੀ ਬਕਾਇਦਾ ਕਰਵਾਉਂਦੇ ਨੇ। ਸੈਨ ਬਿਰਧਾਵਤ ਸੰਗਰ ਪਾਵਤ, ਮਹਾਰਾਜ ਜੀ ਫੌਜਾਂ ਵਧਾ ਰਹੇ ਨੇ। ਫੌਜਾਂ ਵਿੱਚ ਹੱਲਾ ਸ਼ੇਰੀ ਵੀ ਹੈ, ਫੌਜਾਂ ਦੇ ਅੰਦਰ ਉਤਸ਼ਾਹ ਵੀ ਪਾਤਸ਼ਾਹ ਜੀ ਭਰਦੇ ਹਨ। ਬੋਲਤ ਹੈ ਉਤਸਾਹਿਨ ਲੈ ਲੈ, ਜਿੰਨੇ ਮਹਾਰਾਜ ਜੀ ਦੇ ਸੂਰਮੇ ਨੇ, ਯੋਧੇ ਨੇ, ਉਤਸ਼ਾਹ ਨਾਲ ਬੋਲਦੇ ਹਨ ਕਿ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਇਹ ਵੀ ਲੈ ਲਵਾਂਗੇ, ਅਸੀਂ ਆਹ ਇਲਾਕਾ ਵੀ ਜਿੱਤ ਲਵਾਂਗੇ। ਇੰਨਾ ਉਤਸ਼ਾਹ ਮਹਾਰਾਜ ਜੀ ਦੇ ਸੂਰਮਿਆਂ ਵਿੱਚ ਹੈ। ਕਬਿਤ ਗੁਰੂ ਕੇ ਸ਼ਰਨ ਪਇਓ ਦਰਦ ਹਰਨ ਬ੍ਰਿੰਦ, ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜਿਹੜਾ ਵੀ ਕੋਈ ਆਇਆ ਹੈ ਉਹਦਾ ਦਲਿੱਦਰ, ਦਾਰਦ ਦਾ ਮਤਲਬ ਹੁੰਦਾ ਗਰੀਬੀ, ਉਹਦਾ ਦਲਿੱਦਰ, ਉਹਦਾ ਦਾਰਦ ਸਤਿਗੁਰੂ ਜੀ ਨੇ ਹਰ ਲਿਆ ਹੈ। ਉਹਦਾ ਦਲਿੱਦਰ ਮੇਰੇ ਸਤਿਗੁਰੂ ਜੀ ਨੇ ਸदैवी ਕਾਲ ਲਈ ਦੂਰ ਕਰ ਦਿੱਤਾ। ਜਿਹੜਾ ਕਲਗੀਧਰ ਦੀ ਸ਼ਰਨ ਆਇਆ, ਤਾਰਨ ਤਰਨ ਜਿਨਕੇ ਨਾ ਸਾਮਿਆਨ ਕੋ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੈਸਾ ਤਾਰਨ ਤਰਨ ਜਹਾਜ਼ ਹੋਰ ਕੋਈ ਨਹੀਂ ਜਿਹੜਾ ਇਸ ਭਵ ਸਾਗਰ ਤੋਂ ਤਾਰ ਸਕੇ। ਸਤਿਗੁਰਾਂ ਦੇ ਸਮਾਨ ਕੋਈ ਤਾਰਨ ਵਾਲਾ ਦੂਜਾ ਨਹੀਂ, ਜਿਹੜਾ ਭਾਈ ਇਸ ਭਵ ਸਾਗਰ ਤੋਂ, ਸੰਸਾਰ ਤੋਂ ਤਾਰ ਸਕੇ। ਸੁਨ ਸੁਨ ਬਾਨੀਏ ਬਨਜ ਕੇ ਕਰਨ ਹਿਤ, ਮਹਾਰਾਜ ਜੀ ਦੀ ਸੋਭਾ ਸੁਣ ਕੇ, ਸਤਿਗੁਰਾਂ ਦਾ ਪ੍ਰਤਾਪ ਸੁਣ ਕੇ, ਸ਼੍ਰੀ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਸੁਣ ਕੇ ਬੜੇ ਬੜੇ ਬਾਣੀਏ,
ਵਪਾਰ ਕਰਨ ਵਾਸਤੇ, ਵਣਜ ਕਰਨ ਵਾਸਤੇ। ਵਖਰ ਮਹਾਨ ਤਨ ਪਾਵਤ ਦੁਕਾਨ ਕੋ। ਕਈ ਤਰ੍ਹਾਂ ਦਾ ਸੌਦਾ ਲਿਆ ਕੇ ਆਨੰਦਪੁਰ ਸਾਹਿਬ ਆ ਕੇ ਆਪਣੀਆਂ ਦੁਕਾਨਾਂ ਪਾਉਂਦੇ ਨੇ ਬਾਣੀਏ, ਕਿ ਮਹਾਰਾਜ ਜੀ ਦੀ ਸੋਭਾ ਹੈ। ਆਨੰਦਪੁਰ ਸਾਹਿਬ 'ਚ ਰੌਣਕਾਂ ਨੇ, ਬੇਅੰਤ ਸੰਗਤ ਆਉਂਦੀ ਹੈ, ਜੋੜ ਮੇਲੇ ਹੁੰਦੇ ਨੇ, ਸਾਡਾ ਵਣਜ ਚੰਗਾ ਵਿਕੇਗਾ। ਬੜੇ ਬੜੇ ਬਣੀਏ ਆਪਣਾ ਸਮਾਨ ਵੇਚਣ ਵਾਸਤੇ ਆਨੰਦਪੁਰ ਸਾਹਿਬ ਆ ਕੇ ਦੁਕਾਨਾਂ ਪਾਉਂਦੇ ਨੇ। ਸਿੱਖ ਸਮੁਦਾਇ ਬਸੇ ਲਾਭ ਕੋ ਵਿਸਾਲ ਜਾਨ। ਬਹੁਤ ਸਾਰੀਆਂ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਆ ਕੇ ਵਸ ਰਹੀਆਂ ਨੇ, ਇਹ ਜਾਣ ਕੇ ਕਿ ਸਤਿਗੁਰਾਂ ਦੀ ਨਗਰੀ ਵਿੱਚ ਵਸ ਕੇ ਸਾਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ। ਲਾਭ ਕੀ? ਇੱਕ ਤਾਂ ਗੁਰੂ ਕੀ ਨਗਰੀ 'ਚ ਵਸਾਂਗੇ, ਦੂਜਾ ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਇਹ ਵੱਡਾ ਲਾਭ ਜਾਣਦਿਆਂ ਹੋਇਆਂ ਸਿੱਖ ਸ੍ਰੀ ਆਨੰਦਪੁਰ ਸਾਹਿਬ 'ਚ ਆ ਕੇ ਵਸਦੇ ਨੇ। ਦਰਸ਼ਨ ਪ੍ਰਭ ਅਰ ਜੀਵਾ ਗੁਜ਼ਰਾਨ ਕੋ। ਬਹੁਤ ਸਾਰੇ ਸਿੱਖਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਤੇ ਲਾਭ ਹੈ, ਇੱਕ ਤਾਂ ਸਤਿਗੁਰਾਂ ਦੇ ਦਰਸ਼ਨ, ਦੂਜਾ ਸਾਡੀ ਗੁਜਰਾਨ ਹੋਵੇਗੀ। ਜੇ ਕੋਈ ਗਰੀਬ ਗੁਰਬਾ ਸਿੱਖ ਹੈ, ਉਹ ਗੁਜਰਾਨ ਵਾਸਤੇ ਵੀ ਆ ਕੇ ਵਸਦੇ ਗੁਰੂ ਸਾਹਿਬ ਦੇ ਕੋਲ, ਕਿ ਸਤਿਗੁਰਾਂ ਕੋਲ ਕੋਈ ਨੌਕਰੀ ਮਿਲ ਜਾਏਗੀ, ਮਹਾਰਾਜ ਜੀ ਦੀ ਸੇਵਾ ਕਰਦਿਆਂ ਲੰਗਰ ਪ੍ਰਸ਼ਾਦਾ ਮਿਲੇਗਾ, ਭੋਜਨ ਮਿਲੇਗਾ, ਲੋੜ ਦੀਆਂ ਵਸਤੂਆਂ ਵੀ ਮਿਲਣਗੀਆਂ, ਸਾਡਾ ਗੁਜਰਾਨ ਚੰਗੇ ਢੰਗ ਨਾਲ ਹੋ ਜਾਏਗਾ। ਤਾਰੇ ਮਨ ਕਾਮਨਾ ਕੋ ਤਮਨ ਬਣਾਏ। ਏਦਾਂ ਮਨ 'ਚ ਕਾਮਨਾਵਾਂ ਧਾਰਨ ਕਰਕੇ ਬਹੁਤ ਸਾਰੇ ਸਿੱਖ ਸ੍ਰੀ ਆਨੰਦਪੁਰ ਸਾਹਿਬ ਆ ਕੇ ਸੋਹਣੇ ਮਕਾਨ ਬਣਾਉਂਦੇ ਨੇ। ਤਮ ਦੁੱਖ ਕੀਨਾ ਗਮ ਪਾਏ ਮਹਾ ਸੁਖਵਾਨ ਕੋ। ਜਿੱਥੇ ਅਗਿਆਨਤਾ ਦਾ ਦੁੱਖ ਨਹੀਂ ਹੈ ਜਾਂ ਦੁੱਖਾਂ ਦਾ ਹਨੇਰਾ ਨਹੀਂ ਹੈ, ਐਸੇ ਸੁਖਵਾਨ ਹੋ ਕੇ ਨਗਰ ਵਿੱਚ ਸਿੱਖ ਵਸਦੇ ਨੇ। ਆਈ ਨਵੋ ਨਿਦ ਸਭ ਕਾਰਜ ਕੋ ਕਰੈ ਸਿੱਧ। ਮਹਾਰਾਜ ਜੀ ਦੇ ਕੋਲ ਆਉਂਦੇ ਨੇ, 9 ਨਿਧੀਆਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀਆਂ, ਸਾਰੇ ਕਾਰਜ ਗੁਰਸਿੱਖਾਂ ਦੇ ਸਿੱਧ ਹੋ ਜਾਂਦੇ ਸਤਿਗੁਰਾਂ ਦੇ ਕੋਲ ਆ ਕੇ। ਰਿੱਧ ਪਾਈ ਕਰ ਕਰ ਕਮੀ ਹੈ ਨਾ ਕਾਹੇ ਕੀ। ਕਲਗੀਧਰ ਦੀ ਇਹੋ ਜੀ ਕਿਰਪਾ ਆਨੰਦਪੁਰ ਸਾਹਿਬ 'ਚ ਵਸਣ ਵਾਲਿਆਂ ਦੇ ਸਾਰਿਆਂ ਦੇ ਘਰਾਂ ਵਿੱਚ ਰਿੱਧੀਆਂ ਵਸਦੀਆਂ ਨੇ। ਰਿੱਧ ਦਾ ਮਤਲਬ ਵੀ ਕਮੀ ਨਹੀਂ ਕਿਸੇ ਚੀਜ਼ ਦੀ ਘਰ ਵਿੱਚ, ਅੰਨ ਧਨ ਦੀ। ਐਸੀ ਕਿਰਪਾ ਗੁਰੂ ਕਲਗੀਧਰ ਜੀ ਦੀ ਆਨੰਦਪੁਰ ਸਾਹਿਬ ਦੇ ਵਾਸੀਆਂ ਤੇ ਵਰਤ ਰਹੀ ਹੈ। ਬਸੇ ਬੁੱਧੀਮਾਨ ਸੰਗ ਰਹਿ ਕੀ ਚਾਹ ਜਾਨ। ਔਰ ਗੁਣਾਂ ਨੂੰ ਇਕੱਠਾ ਕਰਨ ਦੀ ਇੱਛਾ ਧਾਰ ਕੇ ਬੜੇ ਬੜੇ ਬੁੱਧੀਮਾਨ ਲੋਕ ਜਿਹੜੇ ਨੇ, ਉਹ ਆਨੰਦਪੁਰ ਸਾਹਿਬ 'ਚ ਆ ਕੇ ਵਸਦੇ। ਬੜੇ ਬੜੇ ਵਿਦਵਾਨ ਲੋਕ ਆ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਰਹਿੰਦੇ ਹਨ। ਸੁਨ ਸੁਨ ਕਾਨ ਆਨ ਆਨ ਥਿਤ ਤਾਹੇ ਕੀ। ਮਹਾਰਾਜ ਜੀ ਦਾ ਜਸ ਸੁਣ ਸੁਣ ਕੇ ਬੇਅੰਤ ਮਾਈ ਭਾਈ ਆਨੰਦਪੁਰ ਸਾਹਿਬ ਆਉਂਦੇ ਨੇ, ਬੜੇ ਬੜੇ ਵਿਦਵਾਨ ਚੱਲ ਕੇ ਆਉਂਦੇ ਨੇ। ਨਏ ਨਿਤ ਮੰਗਲ ਉਮੰਗ ਸੰਗ ਨਾਰੀ ਨਰ। ਸ੍ਰੀ ਆਨੰਦਪੁਰ ਸਾਹਿਬ 'ਚ ਨਿਤ ਨਵੇਂ ਮੰਗਲਾਚਾਰ ਹੁੰਦੇ ਨੇ, ਨਰ ਨਾਰੀਆਂ ਸਭ ਮਿਲ ਕੇ ਮੰਗਲਾਚਾਰ ਕਰਦੇ ਹਨ। ਰੰਗ ਰੰਗ ਕੋਤਕ ਬਿਲੰਦ ਉਤਸਾਹ ਕੀ। ਰੰਗ ਰੰਗ ਦੇ ਕੌਤਕ ਗੁਰੂ ਸਾਹਿਬ ਦੇ ਨਗਰ 'ਚ ਹੁੰਦੇ ਨੇ, ਭਾਰੀ ਉਤਸ਼ਾਹ ਹੈ, ਆਨੰਦ ਕਰ ਹੈ ਨਰ ਨਾਰੀ। ਐਸੀ ਦਇਆ ਦ੍ਰਿਸ਼ਟੀ ਗੁਰਦੇਵ ਦੀ ਵਰਤ ਰਹੀ ਹੈ। ਅਧਿਕ ਆਨੰਦਪੁਰ ਪਇਓ ਹੈ ਆਨੰਦਪੁਰ। ਆਹਾ, ਕਹਿੰਦੇ ਸ੍ਰੀ ਆਨੰਦਪੁਰ ਸਾਹਿਬ 'ਚ ਬੜਾ ਹੀ ਆਨੰਦ ਵਰਤ ਰਿਹਾ ਹੈ। ਅਧਿਕ ਆਨੰਦਪੁਰ ਭਇਓ ਹੈ ਆਨੰਦਪੁਰ। ਕੈਸੀ ਸੋਹਣੀ ਕਵਿਤਾ ਭਾਈ ਸਾਹਿਬ ਰਚਦੇ ਹੈ। ਕਹਿੰਦੇ ਬੜਾ ਆਨੰਦ ਹੈ ਪੁਰੀ ਆਨੰਦਪੁਰੀ ਵਿੱਚ। ਬੜਾ ਹੀ ਆਨੰਦ, ਪੁਰ ਦਾ ਮਤਲਬ ਪੂਰਨ ਹੋ ਰਿਹਾ ਸਾਰੇ ਨਗਰ ਵਿੱਚ ਆਨੰਦ। ਕਿਸ ਨਗਰ ਵਿੱਚ? ਜਿਸ ਨਗਰ ਦਾ ਨਾਮ ਹੀ ਆਨੰਦਪੁਰ ਸਾਹਿਬ ਹੈ। ਸ਼੍ਰੀ ਗੋਬਿੰਦ ਸਿੰਘ ਜੀ ਬਸਾਇਓ ਬ੍ਰਿੰਦ ਚਾਹ ਕੀ। ਸਤਿਗੁਰੂ ਕਲਗੀਧਰ ਜੀ ਦੇ ਹਿਰਦੇ ਵਿੱਚ ਇੱਛਾ ਹੈ ਕਿ ਆਨੰਦਪੁਰ ਸਾਹਿਬ ਨੂੰ ਖੂਬ ਵਸਾਈਏ, ਸੋਹਣਾ ਨਗਰ ਵਸਾਈਏ। ਆਨੰਦਪੁਰ ਸਾਹਿਬ ਵਿਸ਼ਾਲ ਹੋ ਕੇ ਵਸੇ। ਜੈਸੇ ਸ਼ਾਮ ਕੰਨ ਲਾਰ ਮਥਰਾ ਮੈਂ ਸ਼ਤਰੂ ਹਨ। ਉਦਾਹਰਨਾਂ ਦੇ ਰਹੇ ਨੇ, ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਮਥੁਰਾ ਦੇ ਵਿੱਚ ਲੜ ਕੇ ਸ਼ਤਰੂਆਂ ਨੂੰ ਮਾਰ ਕੇ ਉਹਨਾਂ ਨੂੰ ਜਿੱਤ ਕੇ ਪਾਏ ਬੀਜੇ ਲక్ష్ਮੀ ਬਸਾਈ ਜਾਏ ਦਵਾਰਕਾ। ਮਥੁਰਾ ਦਾ ਜੰਗ ਲੜ ਕੇ ਵਿਜੈ ਲక్ష్ਮੀ ਨੂੰ ਪ੍ਰਾਪਤ ਕਰਕੇ ਕ੍ਰਿਸ਼ਨ ਜੀ ਨੇ ਦਵਾਰਕਾ ਵਿੱਚ ਆ ਕੇ ਨਗਰ ਵਸਾਇਆ।
ਔਰ ਦਵਾਰਕਾ ਚ ਸੁਖ ਪਾਇਆ। ਜੈਸੇ ਰਾਮਚੰਦ ਤਰ ਪ੍ਰਕਰਮ ਬੇਲੰਦ ਲੰਕ। ਔਰ ਕਹਿੰਦੇ ਜੈਸੇ ਭਗਵਾਨ ਰਾਮਚੰਦਰ ਜੀ ਨੇ ਲੰਕਾ ਨੂੰ ਮਾਰ ਕੇ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਰਾਵਣ ਨਿਕੰਦ ਕਰ ਓਧ ਕੀ ਸੰਭਾਰ ਕਾ। ਲੰਕਾ ਵਿੱਚ ਰਾਵਣ ਨੂੰ ਮਾਰ ਕੇ ਅਯੁੱਧਿਆ ਦੀ ਸੰਭਾਲ ਕੀਤੀ ਔਰ ਅਯੁੱਧਿਆ ਨੂੰ ਖੂਬ ਵਸਾਇਆ। ਜੈਸੇ ਪਰਹੂਤ ਹੱਥ ਦੈਂਤਨ ਕੇ ਪੂਤ ਗੁਣ। ਕਹਿੰਦੇ ਜੈਸੇ ਇੰਦਰ ਨੇ ਦਾਨਵਾਂ ਦੇ ਪ੍ਰਹੂਤ ਨੂੰ ਦਾਨਵਾਂ ਨੂੰ ਮਾਰਨ ਕਰਕੇ ਦਾਨਵਾਂ ਤੇ ਵਿਜੈ ਪ੍ਰਾਪਤ ਕਰਕੇ ਬਹਰੋ ਬਸਾਏ ਦੇਵ ਲੋਕ ਸੁਖ ਕਾਰ ਕਾ। ਔਰ ਆ ਕੇ ਸੁਖ ਕਾਰ ਕਾ ਸਵਰਗਪੁਰੀ ਨੂੰ ਦੁਬਾਰਾ ਮੁੱਢ ਤੋਂ ਨਵੇਂ ਢੰਗ ਨਾਲ ਵਸਾਇਆ। ਤੈਸੇ ਸ਼੍ਰੀ ਗੋਬਿੰਦ ਸਿੰਘ ਪਾਵਟਾ ਕੋ ਜੀਤ ਜੰਗ। ਕਹਿੰਦੇ ਤੈਸੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੌਂਟਾ ਸਾਹਿਬ ਦਾ ਜੰਗ ਜਿੱਤ ਕੇ ਆਨ ਕੇ ਆਨੰਦਪੁਰ ਬਸ ਦੇਸ਼ ਉਚਾਰ ਕਾ। ਸੋਹਣੇ ਆਨੰਦਪੁਰ ਸਾਹਿਬ ਚ ਆ ਕੇ ਬਸੇ ਔਰ ਸੋਹਣੇ ਢੰਗ ਨਾਲ ਆਨੰਦਪੁਰ ਸਾਹਿਬ ਨੂੰ ਖੂਬ ਵਸਾ ਤਾਂ ਗੁਰੂ ਨੌਵੇਂ ਪਾਤਸ਼ਾਹ ਨੇ ਦਿੱਤਾ, ਪਰ ਉਹਦਾ ਵਿਸਥਾਰ ਕਲਗੀਧਰ ਪਾਤਸ਼ਾਹ ਨੇ ਕੀਤਾ, ਕਿਲਾ ਬੰਦੀਆਂ ਵਿੱਚ ਕੀਤੀਆਂ ਹਨ। ਸੋਰਠਾ ਬਸੇ ਨਾਰ ਨਰ ਬ੍ਰਿੰਦ ਲਿਓ ਆਨੰਦ ਬਿਲੰਦ ਸਭ। ਬਹੁਤ ਸਾਰੇ ਨਰ ਨਾਰੀਆਂ ਸ੍ਰੀ ਆਨੰਦਪੁਰ ਸਾਹਿਬ ਚ ਵਸਦੇ ਨੇ ਜਿਨ੍ਹਾਂ ਅੰਦਰ ਭਾਰੀ ਆਨੰਦ ਹੈ। ਦੋਹਾ ਕੀਨ ਮੁਕੰਦ ਸ਼੍ਰੀ ਮੁਖ ਤੇ ਇਮ ਲਿਖਿਓ ਤਬ। ਇਸ ਗੱਲ ਦਾ ਜ਼ਿਕਰ ਕਿ ਆਨੰਦਪੁਰ ਸਾਹਿਬ ਸਤਿਗੁਰੂ ਵਾਪਸ ਆ ਕੇ ਆਨੰਦਪੁਰ ਸਾਹਿਬ ਨੂੰ ਵਸਾਇਆ ਤੋਂ ਭਾਵ ਕਿਲੇ ਬਣਾਏ, ਬਹੁਤ ਸਾਰੇ ਲੋਕਾਂ ਨੂੰ ਨਵੇਂ ਸਿਰਿਓਂ ਇੱਥੇ ਵਸਾਇਆ। ਛੋਟਾ ਸੀ ਨਗਰ, ਇਹਦਾ ਵਿਸ਼ਾਲ ਕੀਤਾ, ਵਿਸਥਾਰ ਕੀਤਾ ਸਤਿਗੁਰਾਂ ਨੇ। ਉਹਦਾ ਜ਼ਿਕਰ ਗੁਰੂ ਕਲਗੀਧਰ ਜੀ ਨੇ ਇੱਕ ਦੋਹਰਾ ਉਚਾਰਨ ਕਰਕੇ ਆਪਣੀ ਪਵਿੱਤਰ ਪਾਵਨ ਬਾਣੀ ਬਚਿੱਤਰ ਨਾਟਕ ਵਿੱਚ, ਜਿਹੜੀ ਮੇਰੇ ਸਤਿਗੁਰਾਂ ਦੀ ਸਵੈ ਜੀਵਨੀ ਆਪਣੀ ਕਲਮ ਨਾਲ ਕਲਗੀਧਰ ਜੀ ਨੇ ਲਿਖੀ ਹੈ। ਦੁਨੀਆ ਵਿੱਚ ਇੱਕੋ ਇੱਕ ਐਸੇ ਅਵਤਾਰ, ਇੱਕੋ ਇੱਕ ਪੂਰੇ ਵਿਸ਼ਵ ਭਰ ਦੇ ਵਿੱਚ ਇੱਕੋ ਇੱਕ ਐਸੇ ਅਵਤਾਰ ਨੇ ਜਿਨ੍ਹਾਂ ਨੇ ਆਪਣੀ ਸਵੈ ਜੀਵਨੀ ਖੁਦ ਆਪਣੀ ਕਲਮ ਨਾਲ ਲਿਖੀ ਹੈ, ਔਰ ਉਹ ਨੇ ਬਾਜਾਂ ਵਾਲੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇੱਕੋ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਬਾਅਦ 'ਚ ਲਿਖੀ ਗਈ, ਰਾਮਚੰਦਰ ਜੀ ਦੀ, ਕ੍ਰਿਸ਼ਨ ਜੀ ਦੀ, ਜਿੰਨੇ ਅਵਤਾਰ ਸਭ ਦੀਆਂ ਜੀਵਨੀਆਂ, ਪਰ ਕਲਗੀਧਰ ਨੇ ਆਪਣੀ ਸਵੈ ਜੀਵਨੀ ਆਪ ਆਪਣੀ ਕਲਮ ਨਾਲ ਲਿਖੀ। ਤੋ ਮਹਾਰਾਜ ਆਪਣੀ ਸਵੈ ਜੀਵਨੀ ਲਿਖਦਿਆਂ ਬਚਿੱਤਰ ਨਾਟਕ ਵਿੱਚ ਇੱਕ ਦੋਹਰਾ ਲਿਖਦੇ ਹਨ, ਸੁਣੋ ਭਾਈ। ਸ਼੍ਰੀ ਮੁਖ ਵਾਕ ਦੋਹਰਾ ਜੁਦ ਜੀਤ ਆਏ ਜਬੈ ਟਿਕੇ ਨ ਤਿਨ ਪੁਰ ਪਾਵਾਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਲਿਖਦੇ ਨੇ, ਕਹਿੰਦੇ ਜਦੋਂ ਪੌਂਟਾ ਸਾਹਿਬ ਭੰਗਾਣੀ ਦਾ ਯੁੱਧ ਜਿੱਤ ਕੇ ਅਸੀਂ ਇੱਕ ਵਾਰੀ ਪੌਂਟਾ ਸਾਹਿਬ ਆਏ ਭੰਗਾਣੀ ਦੇ ਮੈਦਾਨ ਚੋਂ, ਉੱਥੇ ਮੁੜ ਕੇ ਫਿਰ ਸਾਡੇ ਪੈਰ ਨਹੀਂ ਟਿਕੇ ਪੌਂਟਾ ਸਾਹਿਬ, ਯਾਨੀ ਕਿ ਫਿਰ ਉੱਥੇ ਅਸੀਂ ਬਹੁਤ ਜ਼ਿਆਦਾ ਸਮਾਂ ਆਪਣਾ ਨਿਵਾਸ ਨਹੀਂ ਰੱਖਿਆ। ਕਹਾ ਲੂਰ ਮੈਂ ਬਾਂਧਿਓ ਆਨੇ ਆਨੰਦਪੁਰ ਗਾਵ। ਕਹਿਲੂਰ ਰਿਆਸਤ ਵਿੱਚ ਆ ਕੇ ਅਸੀਂ ਆਨੰਦਪੁਰ ਸਾਹਿਬ ਨਗਰ ਬੰਨਿਆ। ਬੰਨੇ ਤੋਂ ਭਾਵ ਨਗਰ ਵਸਿਆ ਸੀ, ਪਰ ਉਹਦੀ ਕਿਲਾਬੰਦੀ ਕਰਨੀ, ਉਹਦਾ ਸਹੀ ਢੰਗ ਨਾਲ ਪ੍ਰਬੰਧ ਕਰਨਾ, ਦੁਸ਼ਮਣ ਆਵੇ ਉਹਨੂੰ ਕਿਵੇਂ ਰੋਕਣਾ ਆਨੰਦਪੁਰ ਸਾਹਿਬ, ਉਹ ਜਿਹੜਾ ਬੰਨਣਾ ਸੀ ਉਹਨੂੰ ਕਹਿੰਦੇ ਨੇ ਬੰਨਣਾ। ਜਿਹੜੇ 5 ਕਿਲੇ ਮਹਾਰਾਜ ਜੀ ਨੇ ਬਣਵਾਏ, ਨਗਰ ਦੇ ਆਲੇ ਦੁਆਲੇ ਵੀ ਮਹਾਰਾਜ ਜੀ ਨੇ ਕੋਟ ਦੀ ਰਚਨਾ ਕਰਵਾਈ, ਦਰਵਾਜ਼ੇ ਬਣਵਾਏ, ਡਿਉੜੀਆਂ ਬਣਵਾਈਆਂ, ਉਹਦੇ 'ਚ ਫੌਜਾਂ ਦੇ ਪ੍ਰਬੰਧ ਕੀਤੇ, ਵੱਡੇ ਵੱਡੇ ਵਪਾਰੀ ਲਿਆ ਕੇ ਆਨੰਦਪੁਰ ਸਾਹਿਬ 'ਚ ਵਸਾਏ, ਸਿੱਖਾਂ ਦਾ ਵਸੇਬਾ ਕਰਵਾਇਆ। ਕਹਿੰਦੇ ਇਸ ਢੰਗ ਨਾਲ ਮਹਾਰਾਜ ਜੀ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਕਹਿਲੂਰ ਰਿਆਸਤ ਵਿੱਚ ਆ ਕੇ ਬੰਨਿਆ। ਕਬਿਤ ਹੇਰਤ ਸਵੇਰ ਕੋ ਅਰੁੜਤ ਆਖੇਰ ਕੋ। ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬ ਵਸਦੇ ਨੇ, ਜਦੋਂ ਸਵੇਰ ਹੁੰਦੀ ਹੈ, ਕਦੇ ਮਹਾਰਾਜ ਜੀ ਦੀ ਮੌਜ ਆਉਂਦੀ ਹੈ, ਤੇ ਸਵੇਰ ਹੋਂਦਿਆਂ ਵੇਖ ਕੇ ਸ਼ਿਕਾਰ ਖੇਡਣ ਵਾਸਤੇ ਮਹਾਰਾਜ ਜੀ ਆਪਣੇ ਨੀਲੇ ਤੇ ਸਵਾਰ ਹੁੰਦੇ ਨੇ। ਅਨੀਕ ਲੈ ਬਡੇਰ ਕੋ ਅਨਿਕ ਬਨ ਗਹਾਈ। ਬੇਅੰਤ ਫੌਜਾਂ ਆਪਣੇ ਨਾਲ ਲੈ ਕੇ
ਕਲਗੀਧਰ ਜੀ ਦੂਰ ਤੱਕ ਸ਼ਿਕਾਰ ਖੇਡਣ ਲਈ ਜਾਂਦੇ ਹਨ, ਕਿਉਂਕਿ ਭਾਂਤ ਭਾਂਤ ਬਨ ਖੇਲ ਸ਼ਿਕਾਰਾ। ਇਹ ਕਲਗੀਧਰ ਜੀ ਨੇ ਆਪ ਆਪਣੀ ਕਲਮ ਨਾਲ ਲਿਖਿਆ ਕਿ ਅਸੀਂ ਸ਼ਿਕਾਰ ਖੇਡਦੇ ਹਾਂ। ਪੌਂਟਾ ਸਾਹਿਬ ਮਹਾਰਾਜ ਜੀ ਬੜਾ ਸ਼ਿਕਾਰ ਖੇਡਿਆ, ਉਹਦਾ ਜ਼ਿਕਰ ਗੁਰਦੇਵ ਨੇ ਕੀਤਾ। ਤੋ ਸ਼ਿਕਾਰ ਖੇਡਣਾ ਸੂਰਮਿਆਂ ਦੀ ਵੀ ਬਿਰਤੀ ਹੁੰਦੀ ਹੈ, ਸ਼ਿਕਾਰ ਖੇਡਣਾ ਰਾਜਿਆਂ ਦੀ ਵੀ ਬਿਰਤੀ ਹੈ। ਤੇ ਸੂਰਮਿਆਂ ਨੂੰ ਸ਼ਿਕਾਰ ਖੇਡਣ ਲਈ ਇਸ ਕਰਕੇ 6ਵੇਂ ਪਾਤਸ਼ਾਹ ਦੇ ਸਮੇਂ ਪਰੰਪਰਾ ਮਰਿਆਦਾ ਗੁਰੂ ਘਰ ਵਿੱਚ ਚੱਲੀ ਸ਼ਿਕਾਰ ਦੀ, ਕਿ ਸੂਰਮੇ ਸ਼ਸਤਰ ਚਲਾਉਣ ਦਾ ਅਭਿਆਸ ਕਰ ਸਕਣ, ਔਰ ਸ਼ਸਤਰ ਚਲਾਉਣ ਦੇ ਅਭਿਆਸ ਨਾਲ ਉਹਨਾਂ ਦੇ ਅੰਦਰ ਵੱਢਣ ਕੱਟਣ ਦੀ ਜਿਹੜੀ ਬਿਰਤੀ ਹੈ ਉਹ ਵੀ ਉਹਨਾਂ ਨੂੰ ਪ੍ਰਾਪਤ ਹੋਵੇਗੀ। ਬੜੇ ਕਾਰਨ ਨੇ ਸ਼ਿਕਾਰ ਖੇਡਣ ਦੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਖੇਡਣ ਲਈ ਦੂਰ ਤੱਕ ਜਾਂਦੇ ਨੇ, ਔਰ ਬਨਗਾਹ ਹੀ ਬਨਾਂ ਨੂੰ ਜੰਗਲਾਂ ਨੂੰ ਗਾਉਂਦੇ ਨੇ। ਗਾਉਣ ਦਾ ਕੀ ਮਤਲਬ ਹੈ? ਜਿਵੇਂ ਗਾਣ ਹੁੰਦਾ ਨਾ ਵੀ ਜੈਸੇ ਕਿਸੇ ਮਛਿਆਰੇ ਨੇ ਕਿਸੇ ਤਲਾਬ ਦੇ ਵਿੱਚੋਂ ਮੱਛੀਆਂ ਫੜਨੀਆਂ ਹੁੰਦੀਆਂ, ਉਹ ਇੱਕ ਵਾਰੀ ਗਾਣ ਪਾਉਂਦਾ, ਉਹਦੇ ਵਿੱਚ ਪੂਰਾ ਪੈਰ ਮਾਰ ਕੇ ਵਾਰੀ ਉਠਾਉਂਦਾ ਉਹਨੂੰ। ਇੱਦਾਂ ਜਦੋਂ ਸ਼ਿਕਾਰੀ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਨੇ, ਪਹਿਲਾਂ ਇੱਕ ਵਾਰੀ ਜੰਗਲ ਨੂੰ ਗਾਉਂਦੇ ਆ, ਇੱਕ ਵਾਰੀ ਭਗਦੜ ਮਚਾਉਂਦੇ ਨੇ ਉਹਦੇ ਵਿੱਚ, ਵੀ ਜਿਹੜਾ ਸ਼ਿਕਾਰ ਝਾੜਾਂ ਵਿੱਚ ਇੱਧਰ ਉੱਧਰ ਛੁਪਿਆ ਲੁਕਿਆ ਹੁੰਦਾ ਵੀ ਉੱਠ ਕੇ ਉਹ ਬਾਹਰ ਨਿਕਲੇ ਤੇ ਫਿਰ ਉਹਨਾਂ ਦਾ ਸ਼ਿਕਾਰ ਖੇਡਿਆ ਜਾ ਸਕੇ। ਤੋ ਇਸ ਤਰ੍ਹਾਂ ਮਹਾਰਾਜ ਜੀ ਜਾ ਰਹੇ ਨੇ। ਦੁੰਦਪ ਬਜਤ ਵੱਡੀ ਬੰਬ ਸੋ ਗਜਤ। ਮਹਾਰਾਜ ਜੀ ਦੇ ਨਾਲ ਨਾਲ ਅੱਗੇ ਨਗਾਰਾ ਵੱਜਦਾ, ਫੌਜ ਜਾਂਦੀ ਹੈ ਨਾ ਸਤਿਗੁਰਾਂ ਦੇ, ਤੇ ਫੌਜ ਦੇ ਨਾਲ ਨਾਲ, ਕਿਉਂਕਿ ਜਿੱਥੇ ਫੌਜ ਹੋਵੇਗੀ ਫੌਜ ਨਾਲ ਨਿਸ਼ਾਨ ਵੀ ਹੋਵੇਗਾ ਤੇ ਫੌਜਾਂ ਨਾਲ ਨਗਾਰਾ ਵੀ ਹੋਵੇਗਾ। ਬਿਨਾਂ ਨਗਾਰੇ ਤੇ ਨਿਸ਼ਾਨਾਂ ਤੋਂ ਫੌਜਾਂ ਦਾ ਕੀ ਪਤਾ ਲੱਗੇਗਾ ਵੀ ਕਿਹਦੀ ਫੌਜ ਹੈ? ਨਿਸ਼ਾਨ ਨਗਾਰੇ ਤੋਂ ਪਤਾ ਲੱਗਦਾ ਵੀ ਇਹ ਨਿਸ਼ਾਨ ਕਲਗੀਆਂ ਵਾਲੇ ਪਾਤਸ਼ਾਹ ਦਾ ਤੇ ਉਹਨਾਂ ਦੀਆਂ ਫੌਜਾਂ ਨੇ। ਤੋ ਮਹਾਰਾਜ ਜੀ ਦੇ ਅੱਗੇ ਅੱਗੇ ਨਿਸ਼ਾਨ ਤੇ ਨਗਾਰੇ, ਉਹ ਨਗਾਰਾ ਵੱਜਦਾ ਗੂੰਜਦਾ ਹੈ। ਉਤ ਸਾਸੋ ਸਜਤ ਸੁਨ ਸੂਰਮਾ ਉਮਾਈ। ਜਦੋਂ ਨਗਾਰੇ ਦੀ ਆਵਾਜ਼ ਸੁਣਦੇ ਨੇ ਯੋਧੇ, ਉਹਨਾਂ ਅੰਦਰ ਇੱਕਦਮ ਉਤਸ਼ਾਹ ਜਾਗਦਾ। ਨਗਾਰੇ ਨੂੰ ਸੁਣਦਿਆਂ ਸਾਰ ਉਹ ਸਮਝ ਲੈਂਦੇ ਵੀ ਸ਼ਿਕਾਰ ਤੇ ਚੜ੍ਹਨਾ। ਨਗਾਰਾ ਜਦੋਂ ਵੱਜਦਾ ਨਾ ਫੌਜ ਦੇ ਵਿੱਚ, ਤੇ ਤਕਰੀਬਨ ਸਾਰੀ ਫੌਜ ਨੂੰ ਪਤਾ ਹੁੰਦਾ ਵੀ ਇਸ ਵੇਲੇ ਨਗਾਰਾ ਕਾਹਦਾ ਵੱਜਾ। ਹੁਣ ਵੀ ਦਲਾਂ ਪੰਥਾਂ ਦੇ ਵਿੱਚ ਨਗਾਰਾ ਵੱਜਣ ਦੀ ਪਰੰਪਰਾ ਹੈ। ਨੀਲੇ ਆਕਾਸ਼ ਥੱਲੇ ਫੌਜਾਂ ਦਾ ਉਤਾਰਾ ਹੁੰਦਾ ਹੈ। ਉਸ ਵੇਲੇ ਸਵੇਰੇ ਪਹਿਲਾਂ ਅੰਮ੍ਰਿਤ ਵੇਲੇ 12:30 ਵਜੇ ਬੁੱਢੇ ਦਲ 'ਚ ਨਗਾਰਾ ਵੱਜ ਪੈਂਦਾ। ਉਹ ਨਗਾਰਾ ਵੱਜਣ ਦਾ ਜਿਹੜਾ 12:30 ਵਜੇ ਨਗਾਰਾ ਵੱਜਿਆ, ਉਹ ਸਾਰੀ ਫੌਜ ਨੂੰ ਸੁਚੇਤ ਕਰ ਦੇਣਾ ਵੀ ਅੰਮ੍ਰਿਤ ਵੇਲਾ ਹੋ ਗਿਆ, ਤਿਆਰ ਬਰ ਤਿਆਰ ਹੋ ਜਾਓ। ਇਸੇ ਤਰ੍ਹਾਂ ਨਗਾਰਾ ਫਿਰ ਜਦੋਂ ਲੰਗਰ ਪ੍ਰਸ਼ਾਦਾ, ਪਹਿਲਾਂ ਜਲ ਪਾਣੀ ਦਾ ਨਗਾਰਾ ਵੀ ਵੱਜਦਾ ਵੀ ਭਾਈ ਹੁਣ ਜਲ ਪਾਣੀ ਵਰਤਣਾ, ਉਹਦਾ ਨਗਾਰਾ। ਉਹ ਫੌਜ ਨੂੰ ਪਤਾ ਹੁੰਦਾ ਸਾਰਿਆਂ ਨੂੰ, ਉਹ ਆਪੋ ਆਪਣੇ ਬਾਟੇ ਲੈ ਕੇ ਜਲ ਪਾਣੀ ਛਕਣ ਲਈ, ਕਿਉਂਕਿ ਚਾਹ ਤਾਂ ਬਣਦੀ ਨਹੀਂ ਦਲਾਂ ਵਿੱਚ, ਜਿਹੜਾ ਜਲ ਪਾਣੀ ਹੁੰਦਾ ਜਾਂ ਗਰਮ ਜਲ ਵਗੈਰਾ ਜਾਂ ਸਮੁੰਦਰ ਦੁੱਧ, ਉਹ ਆਪੋ ਆਪਣੇ ਬਾਟੇ ਲੈ ਕੇ ਲਾਂਗਰੀ ਕੋਲ ਹਾਜ਼ਰ ਹੋ ਜਾਂਦੇ ਆ। ਫਿਰ ਇਸੇ ਤਰ੍ਹਾਂ ਲੰਗਰ ਦਾ ਨਗਾਰਾ ਵੱਜਦਾ। ਫਿਰ ਜਦੋਂ ਫੌਜਾਂ ਨੂੰ ਦਾਣਾ ਵੰਡਣਾ ਹੁੰਦਾ, ਘੋੜਿਆਂ ਨੂੰ ਪੱਠਾ, ਕਿਉਂਕਿ ਉਹ ਘੋੜਿਆਂ ਦਾ ਜਥੇਦਾਰ ਵੰਡਦਾ, ਉਦੋਂ ਨਗਾਰਾ ਵੱਜਦਾ। ਤੋ ਜਦੋਂ ਜਾਣਾ ਹੁੰਦਾ, ਚਾਲਾ ਪਾਣਾ ਹੁੰਦਾ ਇੱਕ ਪੜਾਅ ਤੋਂ ਦੂਜੇ ਪੜਾਅ ਤੇ, ਫਿਰ ਨਗਾਰਾ ਵੱਜਦਾ। ਉਹ ਚਾਲੇ ਦਾ ਸੰਕੇਤ। ਤੋ ਇਹ ਕਲਗੀਧਰ ਜੀ ਨੇ ਮਰਿਆਦਾ ਸਾਰੀ ਚਲਾਈ ਮਹਾਰਾਜ 10ਵੇਂ ਪਾਤਸ਼ਾਹ ਨੇ, ਜਿਹੜੀ ਹੁਣ ਤੱਕ ਵੀ ਦਲਾਂ ਪੰਥਾਂ ਵਿੱਚ ਨਿਹੰਗਾਂ ਸਿੰਘਾਂ ਨੇ ਸਾਂਭੀ ਹੋਈ ਹੈ। ਉਸੇ ਪਰੰਪਰਾ ਤਰੀਕੇ ਦੇ ਨਾਲ ਉਹ ਚੱਲਦੇ ਨੇ। ਕਹਿੰਦੇ ਜਦੋਂ ਨਗਾਰਾ ਵੱਜਾ ਰਣਜੀਤ, ਉਸ ਵੇਲੇ ਨਗਾਰੇ ਦੀ ਆਵਾਜ਼ ਸੁਣ ਕੇ ਸੂਰਮੇ ਉਤਸ਼ਾਹਤ ਹੋਏ। ਪਤਾ ਲੱਗਾ ਇਹ ਨਗਾਰੇ ਦੀ ਜਿਹੜੀ ਚੋਭ ਵੱਜੀ ਇਸ ਵੇਲੇ ਸ਼ਿਕਾਰ ਖੇਡਣ ਦਾ ਇਸ਼ਾਰਾ ਹੈ। ਤੋ ਸੂਰਮੇ ਉਤਸ਼ਾਹ ਦੇ ਨਾਲ ਤਿਆਰ ਬਰ ਤਿਆਰ ਹੋ ਕੇ ਸੱਜ ਧੱਜ ਕੇ ਆਉਣ ਲੱਗੇ। ਕੀਤੇ ਹਰ ਬਾਜ ਸਵਾਨ ਸ਼ਿਕਰ ਲੈ ਸੰਗ ਕਨੇ। ਸ਼ਿਕਾਰ ਖੇਡਣ ਵਾਸਤੇ ਜਿਹੜੇ ਸ਼ਿਕਾਰੀ ਜਾਨਵਰ ਨੇ ਉਹ ਰੱਖੇ ਹੋਏ ਨੇ, ਮੀਰ ਸ਼ਿਕਾਰੀ ਨੇ ਸਤਿਗੁਰਾਂ ਦੇ ਕੋਲ। ਉਹਨਾਂ ਦਾ ਪ੍ਰਬੰਧ ਹੈ ਸ਼ਿਕਾਰ ਕਰਨ ਵਾਲੇ ਜਾਨਵਰਾਂ ਨੂੰ ਸੰਭਾਲਣਾ। ਉਹ ਕਿਹੜੇ ਕਿਹੜੇ ਨੇ? ਚੀਤੇ, ਬਾਜ, ਬਾਜਾਂ ਦੀਆਂ ਕਈ ਕਿਸਮਾਂ ਹੁੰਦੀਆਂ। ਸਵਾਨ, ਜਿਹੜੇ ਸ਼ਿਕਾਰ ਖੇਡਣ ਲਈ ਕੁੱਤੇ ਵਗੈਰਾ ਹੁੰਦੇ ਆ, ਉਹ ਜਿਵੇਂ ਛੋਟਾ ਸ਼ਿਕਾਰ ਹੁੰਦਾ ਕੋਈ, ਉਹਨਾਂ ਨੂੰ ਉਠਾਉਣ ਵਾਸਤੇ ਕੁੱਤੇ ਕੰਮ ਕਰਦੇ ਆ। ਇਸੇ ਪ੍ਰਕਾਰ ਨਾਲ ਸ਼ਿਕਰੇ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਪੰਛੀ ਨੇ ਸ਼ਿਕਾਰ ਖੇਡਣ ਵਾਲੇ, ਉਹ ਲੈ ਲਏ ਨੇ ਨਾਲ। ਹਾਨੇ ਮ੍ਰਿਗ ਸੱਸੇ ਕੋਲ ਜਾਣ ਦੇ ਨਾ ਤਾਹਾਈ। ਜੰਗਲ 'ਚ ਜਾ ਕੇ ਸ਼ਿਕਾਰ ਖੇਡਦੇ ਨੇ ਸਤਿਗੁਰੂ ਜੀ।
ਯੋਧੇ ਖੇਡਦੇ ਨੇ, ਕਿਸੇ ਸ਼ਿਕਾਰ ਨੂੰ ਜਾਣ ਨਹੀਂ ਦਿੰਦੇ। ਕਿਹੜਾ ਕਿਹੜਾ ਸ਼ਿਕਾਰ ਖੇਡਿਆ? ਸ਼ਿਕਾਰ ਵਾਲੇ ਜਾਨਵਰਾਂ ਦੀ ਗੱਲ ਕਰਦੇ, ਕਹਿੰਦੇ ਹਿਰਨਾਂ ਦਾ ਸ਼ਿਕਾਰ ਖੇਡਿਆ, ਬਹੁਤ ਸਾਰੇ ਸਹੇ ਖਰਗੋਸ਼ ਮਾਰੇ ਨੇ। ਕੌਲ ਦਾ ਮਤਲਬ ਹੁੰਦਾ ਜਿਹੜੇ ਜੰਗਲੀ ਸੂਰ ਨੇ, ਕੌਲ ਸੂਰ ਨੂੰ ਕਹਿੰਦੇ ਆ। ਉਹ ਜੇ ਸਾਹਮਣੇ ਆਇਆ, ਹਾਲਾਂਕਿ ਜੰਗਲੀ ਸੂਰ ਮਾਰਨਾ ਬੜਾ ਔਖਾ ਹੁੰਦਾ ਹੈ, ਉਹਦਾ ਵੀ ਸ਼ਿਕਾਰ ਯੋਧੇ ਖੇਡਦੇ ਹਨ। ਦੁਜਨ ਕੀ ਛਾਤੀਦਾਰ ਸੱਜਣ ਕੋ ਮੋਦ ਕਰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੁਰਜਨ ਦਲ ਦਾਹਵੇ ਕੋ ਵੈਰੀ ਭਾਵ ਖੰਡਵੇ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਰਜਨਾਂ ਦੀ ਛਾਤੀ ਨੂੰ ਸਾੜਦੇ ਨੇ, ਔਰ ਜਿਹੜੇ ਸੱਜਣ ਨੇ ਉਹਨਾਂ ਦੀ ਛਾਤੀ ਦੇ ਅੰਦਰ ਖੁਸ਼ੀ ਪੈਦਾ ਕਰਦੇ ਨੇ, ਦੁਰਜਨ ਨੂੰ ਦਾਉਂਦੇ ਨੇ। ਇਹ ਮਹਾਰਾਜ ਜੀ ਨੇ ਜਿਹੜਾ ਇਹ ਖਾਲਸਾ ਬਣਾਇਆ ਨਾ ਪੰਥ, ਇਹ ਦੁਰਜਨ ਦਲ ਦਾਰਵੇ ਕੋ ਹੈ। ਇਹ ਦੁਰਜਨਾਂ ਦੀ ਛਾਤੀ ਨੂੰ ਸਾੜਨ ਵਾਸਤੇ ਹੈ। ਔਰ ਜਿਹੜੇ ਸੁਜਨ ਨੇ, ਜਿਹੜੇ ਪੰਥ ਨਾਲ ਪਿਆਰ ਕਰਨ ਵਾਲੇ ਨੇ, ਗੁਰਸਿੱਖਾਂ ਨਾਲ ਪਿਆਰ ਕਰਨ ਵਾਲੇ ਨੇ, ਉਹਨਾਂ ਦੇ ਹਿਰਦਿਆਂ ਵਿੱਚ ਇਹ ਪੰਥ ਖੁਸ਼ੀ ਪੈਦਾ ਕਰਨ ਵਾਲਾ ਹੈ। ਕੱਲ ਵੀ ਇੱਕ ਬਚਨ ਆਇਆ ਸੀ ਕਿ ਕਲਗੀਧਰ ਦਾ ਬੜਾ ਸੁੰਦਰ ਸਰੂਪ ਹੈ। ਜਦੋਂ ਦੁਸ਼ਮਣ ਵੇਖਦੇ ਨੇ ਸਤਿਗੁਰਾਂ ਵੱਲ ਤੇ ਉਹਨਾਂ ਨੂੰ ਕਲਗੀਧਰ ਕਾਲ ਦੇ ਰੂਪ 'ਚ ਨਜ਼ਰ ਆਉਂਦੇ ਨੇ, ਪਰ ਜਦੋਂ ਸੇਵਕ ਵੇਖਦੇ ਨੇ ਤੇ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਆਪਣੇ ਰਾਖੇ ਦੇ ਰੂਪ ਵਿੱਚ, ਸੁਆਮੀ ਦੇ ਰੂਪ 'ਚ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਭਾਈ ਸਾਹਿਬ ਇੱਥੇ ਲਿਖ ਰਹੇ ਨੇ, ਦੁਰਜਨ ਛਾਤੀ ਦਰ ਸੱਜਣ ਕੋ ਮੋਦ ਕਰ। ਦੁਰਜਨਾਂ ਦੀ ਛਾਤੀ ਨੂੰ ਧੜ ਕੇ ਸੱਜਣਾ ਦੇ ਅੰਦਰ ਖੁਸ਼ੀ ਪੈਦਾ ਕਰਨ ਵਾਲੇ ਨੇ। ਚੋਰ ਠੱਗ ਪ੍ਰਾਨ ਹਰ ਨੀਤ ਨਿਰਬਾਹ ਕੀ। ਜਿਹੜੇ ਚੋਰ ਤੇ ਠੱਗ ਨੇ ਉਹਨਾਂ ਦੇ ਪ੍ਰਾਣਾਂ ਨੂੰ ਹਰਨ ਵਾਲੇ, ਇਦਾਂ ਦੀ ਨੀਤੀ ਮਹਾਰਾਜ ਜੀ ਨਿਰਵਾਹਨ ਕਰ ਰਹੇ ਨੇ। ਵੀ ਜਿਹੜੇ ਚੋਰ ਨੇ ਅਨੰਦਪੁਰ ਸਾਹਿਬ ਦੇ ਨੇੜੇ ਤੇੜੇ, ਉਹਨਾਂ ਨੂੰ ਦੰਡ ਦਿੱਤਾ ਜਾਂਦਾ, ਜਿਹੜੇ ਠੱਗ ਨੇ ਉਹਨਾਂ ਨੂੰ ਦੰਡ ਦਿੱਤਾ ਜਾਂਦਾ। ਇਹ ਨੀਤੀ ਹੈ ਸਤਿਗੁਰ, ਇਹ ਨੀਤੀ ਦਾ ਨਿਰਵਾਹ ਇੱਕ ਰਾਜੇ ਦੀ ਇਹੀ ਨੀਤੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਠੱਗਾਂ ਨੂੰ ਪ੍ਰਮੋਟ ਕਰਕੇ ਉਹਨਾਂ ਅੱਗੇ ਢਾਲ ਬਣ ਕੇ ਖਲੋਵੇ ਤੇ ਠੱਗ ਜਿਹੜਾ ਕੁਝ ਲੋਕਾਂ ਕੋਲੋਂ ਠੱਗ ਕੇ ਲਿਆਉਣ, ਉਹਦੇ ਵਿੱਚੋਂ ਆਪਣਾ ਵੀ ਹਿੱਸਾ ਪ੍ਰਾਪਤ ਕਰਨ, ਜਿਵੇਂ ਵਰਤਾਰਾ ਵਰਤਦਾ ਅੱਜ ਕੱਲ੍ਹ ਸਾਡੇ ਸਮਾਜ ਵਿੱਚ। ਮਹਾਰਾਜ ਜੀ ਠੱਗਾਂ ਤੇ ਚੋਰਾਂ ਨੂੰ, ਜਿਹੜੇ ਪ੍ਰਜਾ ਲਈ ਦੁਖਦਾਈ ਨੇ, ਉਹਨਾਂ ਨੂੰ ਦੰਡ ਦੇਣ ਦੀ ਨੀਤੀ ਦਾ ਨਿਰਵਾਹਨ ਕਰਦੇ ਹਨ। ਸਤਿਗੁਰ ਬਿਨਾ ਦਲ ਚੜੇ ਬਹੁ ਧਾਰ ਬਲ। ਕਦੇ ਕਦੇ ਮਹਾਰਾਜ ਜੀ ਦੀਆਂ ਫੌਜਾਂ ਸਤਿਗੁਰਾਂ ਤੋਂ ਬਿਨਾਂ ਵੀ ਚੜ ਜਾਂਦੀਆਂ ਨੇ ਸ਼ਿਕਾਰ ਖੇਡਣ ਲਈ। ਮਾਰਾ ਬਕਾਰਾ ਕਰਨ ਵਾਸਤੇ ਫੌਜਾਂ ਨੇ। ਮਹਾਰਾਜ ਜੀ ਦੇ ਸੂਰਮੇ ਨੇ ਬੇਅੰਤ, ਕਹਿੰਦੇ ਸ਼ਸਤਰਧਾਰੀ ਨੇ, ਉਹ ਕਦੇ ਕਦੇ ਸਤਿਗੁਰਾਂ ਤੋਂ ਬਿਨਾਂ ਵੀ, ਕਿਉਂਕਿ ਫੌਜ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ, ਘੋੜਿਆਂ ਲਈ ਘਾਹ ਪੱਠਾ ਦਾਣਾ, ਉਹਦਾ ਪ੍ਰਬੰਧ ਕਰਨਾ, ਉਹਦੇ ਵਾਸਤੇ ਫੌਜਾਂ ਫਿਰ ਕਈ ਵਾਰੀ ਸਤਿਗੁਰਾਂ ਤੋਂ ਬਿਨਾਂ ਵੀ ਚੜ ਕੇ ਜਾਂਦੀਆਂ ਨੇ। ਕਹਿਲੂਰ ਗ੍ਰਾਮ ਮੈਂ ਤਰਾਸੋ ਪਜਾਵਈ। ਪਹਾੜੀ ਰਾਜੇ ਕਹਿਲੂਰਪਤੀ ਭੀਮ ਚੰਦ ਦੀ ਜਿਹੜੀ ਰਿਆਸਤ ਦਾ ਰਾਜਧਾਨੀ ਨਾ ਬਿਲਾਸਪੁਰ, ਉਹਦੇ ਨੇੜੇ ਨੇੜੇ ਜਾ ਪਹੁੰਚਦੇ ਯੋਧੇ ਸਤਿਗੁਰਾਂ ਦੇ। ਉੱਥੇ ਕਈ ਪਿੰਡਾਂ ਵਾਲੇ ਜਿਹੜੇ ਭੀਮ ਚੰਦ ਦੇ ਹਮਾਇਤੀ ਤੇ ਹਿਤੈਸ਼ੀ ਨੇ, ਉਹ ਸਿੰਘਾਂ ਦੇ ਨਾਲ ਕਈ ਵਾਰੀ ਉਹ ਘੂਰ ਘੱਪੀ ਕਰਦੇ ਨੇ ਵੀ ਤੁਸੀਂ ਕਿਉਂ ਆਏ, ਅਸੀਂ ਤਾਂ ਭੀਮ ਚੰਦ ਦੀ ਪਰਜਾ ਹਾਂ। ਸਿੰਘ ਕਹਿੰਦੇ ਵੀ ਤੁਸੀਂ ਪਰਜਾ ਜਿਹਦੀ ਮਰਜ਼ੀ ਹੋਵੋ, ਖਾਲਸਾ ਇੱਥੇ ਆਪਣੀ ਸਵੈ ਇੱਛਾ ਨਾਲ ਸੁਤੰਤਰ ਵਿਚਰ ਰਿਹਾ, ਤੁਹਾਨੂੰ ਇਹਦੇ ਵਿੱਚ ਕੀ ਸਮੱਸਿਆ ਭਾਈ। ਉਹ ਜਦੋਂ ਕਿਤੇ ਕੋਈ ਕਈ ਪਿੰਡਾਂ ਵਾਲੇ ਇਕੱਠੇ ਹੋ ਕੇ ਆ ਕੇ ਲੜਨ ਪੈ ਜਾਂਦੇ ਸਿੰਘਾਂ ਨਾਲ, ਤੋਂ ਫਿਰ ਅੱਗੋਂ ਸਿੰਘ ਵੀ ਆਪਣੇ ਤਗੜੇ ਹੱਥ ਉਹਨਾਂ ਨੂੰ ਵਿਖਾਉਂਦੇ। ਮਿਲੇ ਭੇਂਟ ਦੇ ਤਾਂ ਕਿ ਰਖਕ ਬਨੇ ਸਭ। ਕਈ ਪਿੰਡਾਂ ਵਾਲੇ ਆ ਕੇ, ਉਹ ਦੂਜੇ ਪਿੰਡਾਂ ਵਾਲੇ ਜਿਹੜੇ ਭੀਮ ਚੰਦ ਦੇ ਹਮਾਇਤੀ ਨੇ, ਉਹ ਜਦੋਂ ਤੰਗ ਕਰਦੇ ਕਈ ਪਿੰਡਾਂ ਵਾਲਿਆਂ ਨੂੰ, ਉਹ ਹੁਣ ਸਿੰਘਾਂ ਕੋਲ ਆ ਕੇ ਬੇਨਤੀਆਂ ਕਰਦੇ, ਕਹਿੰਦੇ ਜੀ ਉਹ ਫਲਾਣਾ ਪਿੰਡ ਆ, ਉਹ ਭੀਮ ਚੰਦ ਦੇ ਹਮਾਇਤੀ ਨੇ, ਅਸੀਂ ਗੁਰੂ ਘਰ ਨੂੰ ਮੰਨਦੇ ਪੂਜਦੇ, ਉਹ ਸਾਡੇ ਨਾਲ ਧੱਕਾ ਕਰਦੇ ਨੇ, ਉਹ ਸਾਡੇ ਨਾਲ ਆ ਕੇ ਵਧੀਕੀ ਕਰਦੇ ਨੇ। ਤੇ ਜਦੋਂ ਆ ਕੇ ਪਿਟਾਵਾਂ ਦੇ ਕੇ ਸਿੰਘਾਂ ਨੂੰ ਮਿਲਦੇ, ਸਿੰਘ ਉਹਨਾਂ ਦੇ ਰਾਖੇ ਬਣ ਜਾਂਦੇ। ਜਿਹੜਾ ਕੋਈ ਪਿੰਡ ਵਾਲਾ ਉਹਨਾਂ ਨਾਲ ਵਧੀਕੀ ਕਰਦਾ, ਉਹਨਾਂ ਨੂੰ ਤਾੜ ਦਿੰਦੇ ਆ, ਬਈ ਖਬਰਦਾਰ ਜੇ ਇਹਨਾਂ ਦੀ ਵਾਹ ਵੱਲ ਵੀ ਵੇਖਿਆ, ਕਿਉਂਕਿ ਹੁਣ ਪਰਜਾ ਪਾਲਕ ਹੋ ਰਹੇ ਨੇ। ਸਿੰਘਾਂ ਨੂੰ ਰਾਜ ਕਰਨ ਦੀ ਜਿਹੜੀ ਬਿਰਤੀ ਕਲਗੀਧਰ ਨੇ ਪ੍ਰਦਾਨ ਕੀਤੀ ਹੈ ਨਾ, ਹਲੇਮੀ ਰਾਜ, ਵੀ ਕਿਸੇ ਨਾਲ ਵਧੀਕੀ ਨਾ ਹੋਵੇ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਹੁਣ ਉਜਾਗਰ ਕਰ ਰਹੇ ਨੇ, ਜ਼ਾਹਰ ਕਰ ਰਹੇ ਨੇ। ਹਾਂਜੀ।
ਬੇਮੁਖ ਕੋ ਲੂਟ ਲਹਿ ਮਾਨ ਬਿਨ ਸਾਵਈ। ਪਰ ਜਿਹੜਾ ਕੋਈ ਅੜੀ ਫੜੀ ਕਰਦਾ ਫਿਰ ਅੜੇ ਸੋ ਝੜੇ। ਜਿਹੜਾ ਬੇਮੁਖ ਹੁੰਦਾ ਕਿ ਸਿੰਘਾਂ ਦੇ ਨਾਲ ਆ ਕੇ ਘੂਰ ਕੱਪੀ ਕਰਦਾ ਫਿਰ ਉਹਦੀ ਲੁੱਟ ਮਾਰ ਵੀ ਹੁੰਦੀ। ਲੁੱਟ ਮਾਰ ਦਾ ਮਤਲਬ ਹੁੰਦਾ ਸ਼ੇਰ ਪੰਜਾ, ਫਿਰ ਉਹਨੂੰ ਦੰਡ ਦਿੱਤਾ ਜਾਂਦਾ ਹੈ। ਅਨ ਬ੍ਰਿੰਦ ਚੀਨੇ ਅਜਾ ਪੂਤ ਜਿਤ ਚੀਨੇ ਲੇਤ। ਕਹਿੰਦੇ ਸਿੰਘ ਫਿਰ ਕਈ ਪਿੰਡਾਂ 'ਚ ਜਾਂਦੇ, ਹੁਣ ਕਿਉਂਕਿ ਫੌਜ ਬੇਅੰਤ ਹੈ, ਉਹਨਾਂ ਲਈ ਅੰਨ ਖਰੀਦਣਾ, ਘਾਹ ਪੱਠਾ ਖਰੀਦਣਾ, ਉਹ ਖਰੀਦਣ ਵਾਸਤੇ ਜਾਂਦੇ। ਹਾਲਾਂਕਿ ਉਹਨਾਂ ਕੋਲ ਵਾਧੂ ਵੀ ਹੁੰਦਾ, ਪਰ ਉਹ ਕਹਿੰਦੇ ਅਸੀਂ ਤਾਂ ਭੀਮ ਚੰਦ ਦੇ ਬੰਦੇ, ਅਸੀਂ ਨਹੀਂ ਦੇਣਾ। ਸਿੰਘ ਕਹਿੰਦੇ ਠਹਿਰ ਜੋ, ਅਸੀਂ ਪੈਸੇ ਦੇ ਕੇ ਖਰੀਦਨੇ ਆ ਤੁਹਾਡੇ ਕੋਲੋਂ, ਤੁਸੀਂ ਫਿਰ ਵੀ ਕਹਿੰਦੇ ਹੋ ਅਸੀਂ ਭੀਮ ਚੰਦ ਦੇ ਬੰਦੇ, ਅਸੀਂ ਨਹੀਂ ਦੇਣਾ। ਫਿਰ ਸਿੰਘ ਕਹਿੰਦੇ ਚੰਗਾ। ਉਹ ਪੰਡਾਂ ਉਹਨਾਂ ਦੀਆਂ ਬੱਧੀਆਂ ਵਧਾਈਆਂ ਚੁੱਕ ਲਿਆਉਂਦੇ। ਕਿਸੇ ਕੋਈ ਗਰੀਬ ਗੁਰਬਾ ਹੁੰਦਾ ਉਹਨੂੰ ਪੈਸੇ ਦੇ ਦਿੰਦੇ ਆ, ਤੇ ਉਹ ਅੰਨ ਧਨ ਜਿਹੜਾ ਹੈ ਸਿੰਘ ਇਸ ਪ੍ਰਕਾਰ ਦੇ ਨਾਲ ਲੈ ਕੇ ਆਉਂਦੇ ਆ। ਹਾਂਜੀ। ਦੂਧ ਦਦ ਬਾਸਨ ਅਵਾਸਨ ਉਠਾਵਈ। ਦੁੱਧ ਦਹੀਂ ਦੀ ਲੋੜ ਹੁੰਦੀ, ਉਹ ਖਰੀਦਣ ਲਈ ਜਾਂਦੇ। ਜਦੋਂ ਅੱਗੋਂ ਕੋਈ ਅੜੀ ਫੜੀ ਕਰਦਾ ਤੇ ਫਿਰ ਉਹਨੂੰ ਉਸ ਢੰਗ ਨਾਲ ਦੰਡ ਦੇ ਕੇ ਉਹਨਾਂ ਕੋਲੋਂ ਦੁੱਧ ਦਹੀਂ ਵਗੈਰਾ ਉਹ ਧਨ ਦੇ ਕੇ ਖਰੀਦ ਕੇ ਲਿਆਉਂਦੇ ਨੇ। ਸੰਚੇ ਕਾਸ ਲੇਤ ਬੋਲੇ ਮੂਡ ਕੋ ਚਿਰਕ ਦੇਤ। ਔਰ ਜੇ ਕੋਈ ਮੂਰਖ ਹੁੰਦਾ ਉਹਨੂੰ ਝਿੜਕ ਪੈਂਦੀ ਹੈ। ਜੇ ਕੋਈ ਅੜੀ ਫੜੀ ਕਰਦਾ ਉਹਦਾ ਇਕੱਠਾ ਕੀਤਾ ਹੋਇਆ ਘਾਹ ਚੁੱਕ ਲਿਆਉਂਦੇ ਹਨ। ਮਾਰ ਕੂਟ ਨੀਤ ਹੋਤ ਜਤਰ ਤਤਰ ਜਾਵਈ। ਕਹਿੰਦੇ ਜਿੱਧਰ ਯੋਧੇ ਜਾਂਦੇ, ਹੁਣ ਸ਼ਸਤਰਧਾਰੀ ਸੂਰਮਾ ਜਿੱਧਰ ਕਿੱਧਰ ਜਾਏਗਾ, ਅੱਗੇ ਕੋਈ ਅੜੀ ਫੜੀ ਕਰੇਗਾ ਤੇ ਸੁਭਾਵਕ ਹੈ ਉਧਰ ਭੀਮ ਚੰਦ ਦੀਆਂ ਵੀ ਫੌਜਾਂ ਫਿਰਦੀਆਂ ਸੀ। ਭੀਮ ਚੰਦ ਦੇ ਹਮੈਤੀ ਫਿਰਦੇ ਸਨ। ਰੋਜ਼ ਕਿਤੇ ਨਾ ਕਿਤੇ ਸਿੰਘਾਂ ਦਾ ਭੀਮ ਚੰਦ ਦੇ ਬੰਦਿਆਂ ਨਾਲ ਮਾਰ ਵਿਕਾਰਾ ਹੁੰਦਾ ਰਹਿੰਦਾ। ਸਿੰਘਾਂ ਦੇ ਅੰਦਰ ਕਚੀਚੀਆਂ ਸੀ ਵੀ ਭੀਮ ਚੰਦ ਨੇ ਬਿਨਾਂ ਗੱਲ ਤੋਂ ਫਤਿਹ ਸ਼ਾਹ ਨੂੰ ਚੜਾ ਕੇ ਭੇਜਿਆ ਸਤਿਗੁਰਾਂ ਤੇ, ਵੀ ਇਹਦਾ ਕੀ ਵਿਗਾੜਿਆ ਸੀ ਭੀਮ ਚੰਦ ਦਾ, ਇਹ ਗੁਰੂ ਸਾਹਿਬ ਦਾ ਵਿਰੋਧੀ ਬਣਿਆ ਫਿਰਦਾ। ਉਹ ਜਿਹੜੇ ਭੀਮ ਚੰਦ ਦੇ ਬੰਦੇ ਆਉਂਦੇ ਆ, ਭੀਮ ਚੰਦ ਦੀਆਂ ਫੌਜਾਂ ਕਈ ਪਿੰਡਾਂ 'ਚ ਹੁੰਦੀਆਂ ਨੇ ਜਾਂ ਉਹਦੇ ਹਮਾਇਤੀ ਹੁੰਦੇ ਨੇ, ਉਹ ਜਦੋਂ ਸਿੱਖਾਂ ਨੂੰ ਮਿਲਦੇ ਆ ਤੇ ਫਿਰ ਰੋਜ਼ ਕਿਤੇ ਨਾ ਕਿਤੇ ਮਾਰ ਬਕਾਰਾ ਜਿਹੜਾ ਥੋੜਾ ਬਹੁਤਾ ਉਹ ਹੁੰਦਾ ਰਹਿੰਦਾ ਹੈ। ਗ੍ਰਾਮਨ ਕੇ ਨਰ ਇਮ ਧਾਮਨ ਕੇ ਦੁੱਖ ਭਰ। ਇਦਾਂ ਕਈ ਪਿੰਡਾਂ ਵਾਲੇ ਸਿੱਖਾਂ ਤੋਂ ਦੁਖੀ ਨੇ ਤੇ ਕਈ ਪਿੰਡ ਜਿਹੜੇ ਨੇ ਉਹ ਬੜੇ ਸੁਖੀ ਹੋ ਗਏ ਨੇ। ਕਹਿੰਦੇ ਸਾਨੂੰ ਇਹ ਪਹਾੜੀਏ ਤੰਗ ਕਰਦੇ ਸੀ, ਜਦੋਂ ਦੇ ਅਸੀਂ ਕਲਗੀਧਰ ਦੀ ਸ਼ਰਨ 'ਚ ਪਏ ਹਾਂ ਸੁਖੀ ਹੋ ਗਏ ਹਾਂ। ਨਾਹਿਨ ਆਰਾਮ ਪਾਏ ਜਾਤ ਹੈ ਪੁਕਾਰ ਕੋ। ਜਿਹੜੇ ਪਿੰਡਾਂ ਵਾਲੇ ਸਿੱਖਾਂ ਤੋਂ ਦੁਖੀ ਹੁੰਦੇ ਨੇ ਉਹ ਜਾ ਕੇ ਭੀਮ ਚੰਦ ਕੋਲ ਪੁਕਾਰਾਂ ਕਰਦੇ। ਭੀਮ ਚੰਦ ਨੂੰ ਜਾ ਕੇ ਕਹਿੰਦੇ ਰਾਜਾ, ਹੁਣ ਜਿਹੜਾ ਦੁਸ਼ਮਣ ਹੁੰਦਾ ਨਾ ਉਹ ਅਣਹੋਈ ਬਾਤ ਵੀ ਕਰਦਾ। ਜਦੋਂ ਕੋਈ ਸ਼ਿਕਾਇਤ, ਅੱਜ ਕੱਲ੍ਹ ਵੀ ਜੇ ਕਿਤੇ ਕੋਈ ਥਾਣੇ ਪਥਾਣੇ ਸ਼ਿਕਾਇਤ ਲਿਖਾਉਂਦਾ ਉਹਦੇ 'ਚ ਸੱਚ ਥੋੜ੍ਹੀ ਹੁੰਦਾ ਸਾਰਾ ਕੁਝ। ਜਿਹੜੀਆਂ ਗੱਲਾਂ ਹੋਈਆਂ ਵਾਈਆਂ ਵੀ ਨਹੀਂ ਹੁੰਦੀਆਂ ਉਹ ਵੀ ਉੱਥੇ ਲਿਖ ਦਿੱਤੀਆਂ ਜਾਂਦੀਆਂ ਵੀ ਆਹ ਵੀ ਹੋਇਆ ਜੀ, ਆਹ ਵੀ ਹੋਇਆ ਜੀ, ਉਹ ਫਲਾਣਾ ਬੰਦਾ ਵੀ ਵਿੱਚ ਸੀ, ਉਹ ਭਾਵੇਂ ਬਾਹਰ ਦੂਜੇ ਦੇਸ਼ ਵਿੱਚ ਬੈਠਾ ਹੋਵੇ ਉਹ ਵੀ ਨਾਲ ਸੀ ਜੀ, ਉਹ ਵੀ ਨਾਲ ਸੀ। ਤੋ ਇੱਦਾਂ ਇਹ ਜਿਹੜੇ ਪਿੰਡਾਂ ਵਾਲੇ ਲੋਕ ਜਾਂਦੇ ਰਾਜੇ ਭੀਮ ਚੰਦ ਕੋਲ ਸ਼ਿਕਾਇਤਾਂ ਕਰਦੇ, ਜੀ ਸਿੱਖ ਸਾਡੇ ਨਾਲ ਵਧੀਕੀਆਂ ਕਰਦੇ ਨੇ, ਆਪਣੀਆਂ ਕਰਤੂਤਾਂ ਨਹੀਂ ਦੱਸਦੇ ਵੀ ਅਸੀਂ ਕੀ ਕਰਦੇ ਹਾਂ, ਸਿੱਖਾਂ ਦੀਆਂ ਵਧੀਕੀਆਂ ਦੱਸਦੇ ਭੀਮ ਚੰਦ ਕੋਲ। ਕਹਿੰਦੇ ਜੀ ਉਹ ਸਾਡਾ ਆ ਕੇ ਘਾਹ ਚੁੱਕ ਕੇ ਲੈ ਜਾਂਦੇ ਆ, ਸਾਡੇ ਘਰੋਂ ਦੁੱਧ ਦਹੀਂ ਦੇ ਭਾਂਡੇ ਭਰੇ, ਸਾਡੇ ਬੱਕਰੇ ਲੈ ਜਾਂਦੇ ਆ ਚੁੱਕ ਕੇ, ਜੇ ਸਾਡਾ ਆਹ ਸਾਜੋ ਸਮਾਨ ਲੈ ਜਾਂਦੇ ਆ ਚੁੱਕ ਕੇ। ਇੱਦਾਂ ਜਾ ਕੇ ਪਹਾੜੀਏ ਰਾਜੇ ਭੀਮ ਚੰਦ ਕੋਲ ਸ਼ਿਕਾਇਤਾਂ ਕਰਦੇ ਨੇ ਸਤਿਗੁਰਾਂ ਦੇ ਸਿੱਖਾਂ ਦੀਆਂ। ਉੱਚੇ ਮੁਖ ਗਾਵੇਂ ਨਿਜ ਰਾਜੇ ਕੋ ਸੁਣਾਵੇਂ ਕੂਕ। ਜਾ ਕੇ ਭੀਮ ਚੰਦ ਕੋਲ ਦਰਵਾਜ਼ੇ ਦੇ ਉੱਤੇ ਹੀ ਖਲੋ ਕੇ ਨਾ ਇਹ ਲੋਕ ਪਹਾੜੀਏ ਉੱਚੀ ਉੱਚੀ, ਉਦੋਂ ਪੁਕਾਰ ਕਰਨ ਦਾ ਸਮਾਂ ਹੁੰਦਾ ਸੀ, ਪੁਕਾਰ ਕਰਦੇ ਸੀ ਰਾਜੇ ਦੇ ਦਰਬਾਰ ਤੇ ਜਾ ਕੇ ਉੱਚੀ ਉੱਚੀ ਕੂਕ ਕੇ ਹਾਏ ਮਰ ਗਏ ਦੁਹਾਈ। ਏਦਾਂ ਰੋਂਦੇ ਕੁਰਲਾਉਂਦੇ, ਪਤਾ ਨਹੀਂ ਜਿਵੇਂ ਇਹਨਾਂ ਦੀਆਂ ਮਾਵਾਂ ਮਰ ਗਈਆਂ ਹੁਣ ਤੇ ਦੁਹੱਥੜੇ ਮਾਰ ਕੇ ਭੀਮ ਚੰਦ ਦੇ ਦਰਵਾਜ਼ੇ ਤੇ ਪਿੱਟਦੇ ਨੇ। ਲੇਤ ਨਿਤ ਮਾਮਲਾ ਨਾ ਹੋਏ ਰਖਵਾਰ ਕੋ। ਕਹਿੰਦੇ ਉਹ ਭੀਮ ਚੰਦ ਤੂੰ ਸਾਡੇ ਕੋਲੋਂ ਟੈਕਸ ਲੈਣਾ ਤੇ ਸਾਡੀ ਰਾਖੀ ਨਹੀਂ ਕਰਦਾ, ਜੇ ਮਾਮਲਾ ਲੈਣਾ ਸਾਡੇ ਕੋਲੋਂ ਤੇ ਸਾਡੀ ਰਾਖੀ ਵੀ ਕਰ। ਫਿਰ ਟੈਕਸ ਕਾਹਦਾ ਲੈਣਾ ਜੇ ਤੂੰ ਸਾਡੀ ਰਾਖੀ ਨਹੀਂ ਕਰ ਸਕਦਾ, ਤੇ ਅਸੀਂ ਜਿਹੜਾ ਟੈਕਸ ਤੈਨੂੰ ਦਿੰਦੇ ਆ ਉਹ ਅਸੀਂ ਸਿੱਖਾਂ ਨੂੰ ਦੇ ਦਿਆ ਕਰੀ, ਉਹ ਸਾਡੀ ਰਾਖੀ ਕਰਨ। ਫਿਰ ਤੂੰ ਕਾਹਦਾ ਸਾਡਾ ਰਾਜ ਹੈ, ਸਾਡੇ ਕੋਲੋਂ ਟੈਕਸ ਲੈ ਕੇ ਵੀ ਸਾਡੀ ਰੱਖਿਆ ਨਹੀਂ ਕਰਦਾ। ਗੁਰੂ ਦਲ ਆਵੇ ਵੱਡ ਦੁੰਦ ਕੋ ਉਠਾਵੇ ਦੇਸ਼। ਗੁਰੂ ਦੀਆਂ ਫੌਜਾਂ ਆਉਂਦੀਆਂ ਨੇ ਸਾਡੇ ਦੇਸ਼ ਵਿੱਚ, ਉਹਨਾਂ ਧੁੰਦ ਮਚਾਇਆ ਹੋਇਆ। ਲੂਟ ਕੋ ਮਚਾਵੇ ਫਿਰ ਹੇਰੇ ਘਰ ਬਾਰ ਕੋ। ਉਹ ਸਾਡੇ ਘਰ ਲੁੱਟ ਮਾਰ ਕਰਕੇ ਲੈ, ਆਪਣੀਆਂ ਵਧੀਕੀਆਂ ਨਹੀਂ ਦੱਸਦੇ,
ਖਾਲਸਾ ਜੀ ਸਿੱਖ ਕਦੇ ਵੀ ਪਹਿਲ ਨਹੀਂ ਕਰਦਾ ਹੈ, ਪਰ ਜੇ ਕੋਈ ਅੱਗੋਂ ਪਹਿਲ ਕਰੇ ਤੇ ਫਿਰ ਭਾਜੀ ਵੀ ਨਹੀਂ ਸਿੰਘ ਰੱਖਦੇ। ਭਾਜੀ ਰੱਖਣੀ ਤਾਂ ਸਿੰਘ ਦਾ ਧਰਮ ਹੀ ਨਹੀਂ ਨਾ ਹੈ, ਛਤਰੀ ਦਾ ਧਰਮ ਹੀ ਨਹੀਂ। ਸਗੋਂ ਯਤਨ ਕਰਨਾ ਚਾਹੀਦਾ ਵੀ ਜੇ ਕੋਈ ਭਾਜੀ ਪਾਵੇ ਤੇ ਉਹਨੂੰ ਦੁੱਗਣੀ ਕਰਕੇ ਮੋੜੋ। ਜੇ ਸਿੰਗਲ ਨਹੀਂ ਦੇ ਸਕਦੇ, ਜਿੰਨੀ ਪਾਈ ਓਨੀ ਦੇ, ਦੁੱਗਣੀ ਕਰਕੇ ਮੋੜੋ। ਇਹ ਖਾਲਸੇ ਨੂੰ ਬਿਰਤੀ ਮਹਾਰਾਜ ਜੀ ਨੇ ਦਿੱਤੀ। ਯੋਧਿਆਂ ਦੀ ਇਹ ਬਿਰਤੀ ਹੁੰਦੀ, ਸੂਰਮਿਆਂ ਦੀ। ਜਿਹਨੇ ਜਿਹਨੇ ਭਾਜੀ ਪਾਈ, ਸਮੇਂ ਸਮੇਂ ਸਿੰਘਾਂ ਨੇ ਭਾਜੀ ਮੋੜੀ ਵੀ ਹੈ, ਚਾਹੇ ਉਹ ਮੱਸਾ ਰੰਗੜ ਸੀ। ਸੋ ਕਹਿਣ ਤੋਂ ਭਾਵ ਇਹ ਆਪਣੀਆਂ ਤਾਂ ਨਹੀਂ ਦੱਸਦੇ ਵੀ ਅਸੀਂ ਕੀ ਕਰਦੇ ਹਾਂ, ਸਿੰਘਾਂ ਦੀਆਂ ਸ਼ਿਕਾਇਤਾਂ ਕਰਦੇ ਭੀਮ ਚੰਦ ਕੋਲ। ਹਾਲਾਂਕਿ ਸਿੱਖ ਕਦੇ ਪਹਿਲ ਨਹੀਂ ਕਰਦਾ। ਇਹਨਾਂ ਵੱਲੋਂ ਕੋਈ ਤੜਫੜ ਹੋਵੇਗੀ ਤਾਂ ਹੀ ਅੱਗੋਂ ਸਿੱਖ ਇਹਨਾਂ ਤੇ ਵੀ ਫਿਰ ਆਪਣਾ ਸ਼ੇਰ ਪੰਜਾ ਵਿਖਾਉਂਦੇ ਆ। ਉਹ ਵੀ ਸ਼ਸਤਰਧਾਰੀ ਨੇ, ਵੈਸੇ ਤਾਂ ਨਹੀਂ ਵੀ ਚੁੱਪਚਾਪ ਕਰਕੇ ਜਿਹੜੀਆਂ ਜਿਹੀਆਂ ਕੱਢ ਕੇ ਇਹਨਾਂ ਦੇ ਕੋਲੋਂ ਆ ਜਾਣ। ਸ਼ਸਤਰਧਾਰੀ ਸੂਰਮੇ ਨੂੰ ਕਿਵੇਂ ਹੇਠੀ ਮੰਨ ਲੈਣਾ ਆਪਣੀ। ਤੋ ਭੀਮ ਚੰਦ ਕੋਲੇ ਸ਼ਿਕਾਇਤਾਂ ਕਰਦੇ, ਕਹਿੰਦੇ ਜੀ ਉਹ ਸਾਡੇ ਕੋਲ ਆਉਂਦੇ ਆ, ਸਾਡੇ ਪਿੰਡਾਂ ਵਿੱਚ ਫਤੂਰ ਪਾਉਂਦੇ ਨੇ। ਕਾਸ ਹੂੰ ਨਾ ਛੋਰੇ, ਦੁੱਧ ਦੱਧ ਹੂੰ ਕੋਟੋਰੇ। ਉਹ ਕਹਿੰਦੇ ਸਾਡਾ ਘਾਹ ਪੱਠਾ ਲੈ ਜਾਂਦੇ, ਦੁੱਧ ਦਹੀਂ ਲੈ ਜਾਂਦੇ ਨੇ। ਬੋ ਬਾਸਨ ਕੋ ਫੋਰੇ, ਤਰਾਸ ਦੇਤ ਨਰ ਨਾਰ ਕੋ। ਸਾਡੇ ਬਹੁਤ ਸਾਰੇ ਭਾਂਡੇ ਤੋੜ ਜਾਂਦੇ, ਸਾਨੂੰ ਡਰ ਦੇ ਕੇ ਜਾਂਦੇ ਨੇ। ਰਾਜਾ ਭੀਮ ਚੰਦ ਇਹ ਸੁਣ ਰਿਹਾ ਹੈ। ਭੀਮ ਚੰਦ ਉਹ ਚਾਹੁੰਦਾ ਵੀ ਗੁਰੂ ਸਾਹਿਬ ਨਾਲ ਹੁਣ ਮੈਂ ਸੰਧੀ ਕਰ ਲਵਾਂ। ਡਰ ਉਹਨੂੰ ਵੀ ਆ ਮਨ 'ਚ ਕਿ ਜਿਹੜੇ ਭੰਗਾਣੀ ਦਾ ਜੰਗ ਜਿੱਤ ਕੇ ਹੁਣ ਬਿਲਕੁਲ ਇੱਥੇ ਆ ਗਏ ਨੇ, ਮੇਰੀ ਰਿਆਸਤ ਮੇਰੀ ਛਾਤੀ ਤੇ ਆਣ ਬੈਠੇ ਨੇ, ਮੇਰੇ ਤੋਂ ਡਰਦੇ ਥੋੜੀ ਹੈ। ਕਿਆ ਜਾਣੀਏ ਫੌਜਾਂ ਲੈ ਕੇ ਕਿਤੇ ਮੌਜ ਵਿੱਚ ਆ ਕੇ ਕਹਿ ਦੇਣ ਚਲੋ ਬਿਲਾਸਪੁਰ ਤੇ ਹਮਲਾ ਕਰੀਏ ਭੀਮ ਚੰਦ ਤੇ। ਕਿਆ ਪਤਾ ਫੌਜਾਂ ਉਹਨਾਂ ਦੀਆਂ ਇਹੋ ਜਿਹੀਆਂ ਨੇ ਤਗੜੀਆਂ, ਸੂਰਬੀਰ ਯੋਧੇ ਨੇ, ਡਰਦੇ ਤਾਂ ਹੈ ਨਹੀਂ। ਉਹ ਤਾਂ ਰੋਜ਼ ਹੀ ਗੱਲਾਂ ਕਰਦੇ, ਕੋਈ ਕਹਿੰਦਾ ਲਾਹੌਰ ਤੇ ਹਮਲਾ ਕਰਦੇ, ਕੋਈ ਕਹਿੰਦਾ ਦਿੱਲੀ ਤੇ ਬਿਲਾਸਪੁਰ ਕੀ ਆ ਮੇਰਾ ਉਹਨਾਂ ਦੇ ਸਾਹਮਣੇ। ਕਹਿੰਦਾ ਹੁਣ ਸੰਧੀ ਕਰ ਲੈਣੀ ਚੰਗੀ ਹੈ। ਹਮੇਸ਼ਾ ਜੰਗਾਂ ਤੋਂ ਬਾਅਦ ਜਦੋਂ ਕੋਈ ਬਹੁਤ ਜ਼ਿਆਦਾ ਤੂਫਾਨ ਆਉਂਦਾ, ਤੂਫਾਨ ਤੋਂ ਬਾਅਦ ਫਿਰ ਸ਼ਾਂਤੀ ਤਾਂ ਹੁੰਦੀ ਹੈ ਨਾ। ਤੇ ਜੰਗ ਯੁੱਧ ਹੋਣ ਤੋਂ ਬਾਅਦ ਵੀ ਫਿਰ ਇੱਕ ਵਾਰੀ ਸ਼ਾਂਤੀ ਤਾਂ ਆਉਂਦੀ ਹੈ। ਯੁੱਧ ਤੋਂ ਬਾਅਦ ਹਮੇਸ਼ਾ ਸ਼ਾਂਤੀ ਵੀ ਆਉਂਦੀ ਹੈ। ਤੋ ਇਸ ਪ੍ਰਕਾਰ ਨਾਲ ਉਹ ਸ਼ਾਂਤੀ ਆਉਣੀ ਚਾਹੁੰਦਾ ਸੀ। ਭੀਮ ਚੰਦ ਚਾਹੁੰਦਾ ਸੀ ਵੀ ਹੁਣ ਸ਼ਾਂਤੀ ਆਵੇ। ਤੋ ਉਹ ਜਿਵੇਂ ਆਪਣੇ ਵਜ਼ੀਰ ਭੇਜ ਰਿਹਾ ਗੁਰੂ ਪਾਤਸ਼ਾਹ ਕੋਲ ਸੰਧੀ ਕਰਨ ਲਈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਕਲਗੀਆਂ ਵਾਲੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।